ਸਬਜੈਕਟ ਹੈ ਮੁੱਖ ਤੌਰ ਦੇ ਉੱਤੇ, ਉਹ ਇਸ ਗੱਲ ਦੇ ਨਾਲ ਸੰਬੰਧ ਰੱਖਦਾ ਹੈ ਕਿ ਜਿਹੜਾ ਸਿੱਖ ਹੈ ਉਹਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ। ਔਰ ਸਾਡੀ ਜ਼ਿੰਦਗੀ ਔਰ ਖਾਸ ਕਰਕੇ ਇਹਨਾਂ ਸ਼ਹਿਰਾਂ ਦੀ ਜ਼ਿੰਦਗੀ ਜ਼ਿਆਦਾ ਨਿਕਲਦੀ ਹੀ ਸ਼ੋਅ ਆਫ ਦੇ ਵਿੱਚ ਹੈ। ਭਾਵੇਂ ਕਿੰਨੇ ਵੀ ਔਖੇ ਹੋ ਜਾਣ ਲੋਕ ਇਸ ਆਦਤ ਨੂੰ ਨਹੀਂ ਛੱਡ ਪਾਉਂਦੇ। ਕੁਝ ਖਾਣਾ ਪੀਣਾ ਹੈ ਉਹਦੇ ਵਿੱਚ ਵੀ ਦਿਖਾਵਾ ਹੈ, ਕੁਝ ਪਹਿਨਣਾ ਹੈ ਉਹਦੇ ਵਿੱਚ ਵੀ ਦਿਖਾਵਾ ਹੈ, ਖਰੀਦਣਾ ਹੈ ਉਹਦੇ ਵਿੱਚ ਵੀ ਦਿਖਾਵਾ ਹੈ। ਮੈਂ ਸੁਸਾਇਟੀ ਦੇ ਵਿੱਚ ਇਸ ਤਰੀਕੇ ਨਾਲ ਚੱਲਦਾ ਪਿਆ ਹਾਂ, ਲੋਕੀ ਮੈਨੂੰ ਵੇਖ ਕੇ ਤੇ ਕੁਝ ਓਪੀਨੀਅਨ ਬਣਾਉਣ, ਤੇ ਮੈਂ ਬੇਨਤੀ ਕਰਕੇ ਤੇ ਗੱਲ ਸ਼ੁਰੂ ਕਰਾਂਗਾ। ਸੁਸਾਇਟੀ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੈ, ਅਸੀਂ ਜੋ ਪਾ ਲਵਾਂਗੇ ਜਦੋਂ ਉਹਦੀ ਥਾਂ ਦੇ ਉੱਤੋਂ ਅਗਲਾ ਬੰਦਾ ਆ ਜਾਂਦਾ, ਲੋਕਾਂ ਨੂੰ ਸਾਡੇ ਬਾਰੇ ਚੇਤਾ ਵੀ ਭੁੱਲ ਜਾਂਦਾ ਵੀ ਆਹ ਬੰਦਾ ਨਿਕਲਿਆ ਕਿ ਨਹੀਂ ਨਿਕਲਿਆ। ਅਸੀਂ ਕੁਝ ਵੀ ਨਹੀਂ। ਪਰ ਇਹਨਾਂ ਸ਼ਹਿਰਾਂ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਸੇ ਭੀੜ ਦੇ ਕਰਕੇ ਹੀ ਇਹਨਾਂ ਇੱਕ ਦੂਜੇ ਦੇ ਬੰਦਾ ਨੇੜੇ ਹੈ, ਦਿਖਾਵੇ ਦੀ ਆਦਤ ਜ਼ਿਆਦਾ ਹੈ, ਔਰ ਇਸੇ ਦਿਖਾਵੇ ਨੇ ਸਾਡੀ ਫਜ਼ੂਲ ਖਰਚੀ ਵਧਾ ਦਿੱਤੀ ਹੈ। ਅਸੀਂ ਇੰਨੇ ਔਖੇ ਨਹੀਂ ਸੀ ਹੋਣਾ। ਇੱਦਾਂ ਹੀ ਜਿੱਥੇ ਸਮਾਜਿਕ ਤੌਰ 'ਤੇ ਦਿਖਾਵੇ ਨੇ ਨਾ, ਇੱਦਾਂ ਧਾਰਮਿਕ ਤੌਰ 'ਤੇ ਦਿਖਾਵਿਆਂ ਦੀ ਵੀ ਬੜੀ ਪ੍ਰੋਬਲਮ ਹੈ। ਬੰਦਾ ਹਰ ਵੇਲੇ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਮੇਰਾ ਨਾਮ ਹੋਵੇ, ਮੈਂ ਸਾਹਮਣੇ ਹੋਵਾਂ। ਅਸੀਂ ਬੜੀ ਵਾਰ ਇਸ ਚੀਜ਼ ਨੂੰ ਵਿਚਾਰਿਆ ਹੈ ਤੇ ਅੱਜ ਭਾਈ ਗੁਰਦਾਸ ਸਾਹਿਬ ਨੇ ਇਸ ਬਾਬਤ ਕਿਰਪਾ ਕਰ ਦਿੱਤੀ। ਉਹ ਕਹਿੰਦੇ ਨੇ, ਵੇਖੋ ਲਸ਼ਕਰ ਅੰਦਰ ਲਾਡਲੇ ਪਾਤਸ਼ਾਹ ਜਾਏ ਸ਼ਹਿਜ਼ਾਦੇ। ਪਾਤਸ਼ਾਹ ਦੀ ਜਿਹੜੀ ਸੈਨਾ ਹੁੰਦੀ ਆ ਨਾ, ਰਾਜੇ ਦੀ ਜਿਹੜੀ ਸੈਨਾ ਹੁੰਦੀ ਆ, ਹਜ਼ਾਰਾਂ ਦੀ ਗਿਣਤੀ ਹੁੰਦੀ ਹੈ, ਉਹਦੀ ਗਿਣਤੀ ਦਾ ਕੋਈ ਘਾਟਾ ਹੀ ਨਹੀਂ। ਇੱਦਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਲੋਕਾਂ ਦਾ ਘਾਟਾ ਥੋੜ੍ਹਾ, ਲੋਕ ਬਹੁਤ ਨੇ। ਜਿੱਦਾਂ ਬਾਦਸ਼ਾਹ ਦੇ ਕੋਲ ਫੌਜ ਦਾ ਘਾਟਾ ਨਹੀਂ, ਇੱਥੇ ਦੁਨੀਆ ਦਾ ਘਾਟਾ ਨਹੀਂ। ਆਪਾਂ ਨਾਲੇ ਨਾਲੇ ਨੂੰ ਕੰਪੈਰੀਜ਼ਨ ਕਰਕੇ ਚੱਲੀ ਜਾਵਾਂਗੇ। ਉਸੇ ਫੌਜ ਦੇ ਵਿੱਚ ਜਿਹੜੇ ਕੁਝ ਕਮਾਂਡਰ ਹੁੰਦੇ ਨੇ ਨਾ, ਤੇ ਕਮਾਂਡਰਾਂ ਤੋਂ ਉੱਤੇ ਵੀ ਇੱਕ ਖਾਸ ਜ਼ਿੰਮੇਵਾਰੀ ਜਿਹੜੀ ਮਿਲੀ ਹੁੰਦੀ ਹੈ ਨਾ, ਉਹ ਪਾਤਸ਼ਾਹ ਦੇ ਬੱਚਿਆਂ ਨੂੰ ਮਿਲੀ ਹੁੰਦੀ ਹੈ ਵੀ ਆਹ ਜਿਹੜੀ ਜ਼ਿੰਮੇਵਾਰੀ ਹੈ ਨਾ, ਭਾਵੇਂ ਠੀਕ ਹੈ ਸਾਡੇ ਕੋਲ ਹਜ਼ਾਰਾਂ ਲੱਖਾਂ ਫੌਜ ਹੈ, ਪਰ ਇਸ ਫੌਜ ਦੀ ਜ਼ਿੰਮੇਵਾਰੀ ਪਾਤਸ਼ਾਹ ਨੇ ਨਾ ਆਪਣੇ ਬੱਚਿਆਂ ਨੂੰ ਦਿੱਤੀ ਹੋਈ ਹੈ, ਜਿਹੜਾ ਵੀ ਪਾਤਸ਼ਾਹ ਹੋਵੇ। ਹੁਣ ਉਹਨੇ ਜਿੰਨੇ ਫੌਜ ਦੀ ਗਿਣਤੀ ਹੈ ਉਹਦੇ ਵਿੱਚ ਜਿਹੜੇ ਪਾਤਸ਼ਾਹ ਦੇ ਬੱਚੇ ਨੇ ਉਹ ਕਿੰਨੇ ਹੋਣਗੇ ਜੀ? 2 ਜਾਂ 3 ਜਾਂ 4 ਹੋਣਗੇ। ਵੀ ਚੌਵਾਂ ਨੂੰ ਇਲਾਕੇ ਵੰਡ ਕੇ ਦੇ ਦਿੱਤੇ ਵੀ ਇੰਨੇ ਇਲਾਕੇ ਦਾ ਧਿਆਨ ਤੂੰ ਰੱਖਣਾ, ਇੰਨੇ ਇਲਾਕੇ ਦਾ ਧਿਆਨ ਤੂੰ ਰੱਖਣਾ। ਹਜ਼ਾਰਾਂ ਦੀ ਫੌਜ ਦੇ ਵਿੱਚ ਪਾਤਸ਼ਾਹ ਦੇ ਆਪਣੇ ਬੱਚੇ ਵੀ ਹੁੰਦੇ ਨੇ, ਪਰ ਉਹ ਭੀੜ ਨਹੀਂ ਹੁੰਦੇ, ਉਹ ਕਮਾਂਡ ਕਰਨ ਵਾਲੇ ਹੁੰਦੇ ਨੇ। ਹੁਣ ਇਸ ਦੁਨੀਆ ਦੇ ਵਿੱਚ ਹਜ਼ਾਰਾਂ ਦੀ ਭੀੜ ਹੈ, ਤੇ ਪਹਿਲੀ ਗੱਲ ਇਹ ਹੈ ਵੀ ਅਸੀਂ ਉਸ ਭੀੜ ਵਰਗੇ ਨਹੀਂ ਹਾਂ। ਇਹਨੂੰ ਸਮਝਣਾ ਹੈ। ਸਿਰਫ ਪੜ੍ਹ ਲਿਖ ਕੇ ਹੀ ਨਹੀਂ ਬੰਦਾ ਭੀੜ ਤੋਂ ਵੱਖਰਾ ਹੋ ਜਾਂਦਾ। ਪੜ੍ਹਿਆਂ ਲਿਖਿਆਂ ਦੀ ਭੀੜ ਵੇਖਣੀ ਹੋਵੇ ਤੇ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਹੈ। ਜੇ ਤੁਸੀਂ ਅੱਜ ਕੱਲ੍ਹ ਪੜ੍ਹਿਆਂ ਲਿਖਿਆਂ ਦੀ ਭੀੜ ਵੇਖੋਗੇ ਨਾ, ਤੇ ਇੰਨੇ ਖਤਰਨਾਕ ਖੂਹ ਦੇ ਵਿੱਚ ਡਿੱਗਦੇ ਪਏ ਨੇ ਵੀ ਅਨਪੜ੍ਹ ਬੰਦਾ ਤੇ ਛੇਤੀ ਨਿਕਲ ਆਉਂਦਾ, ਪੜ੍ਹੇ ਲਿਖੇ ਨਹੀਂ ਜੇ ਨਿਕਲ ਪਾਉਂਦੇ। ਇਸ ਕਰਕੇ ਭੀੜ ਆਪਣੀ ਜਿਹੜੀ ਲਾਈਨ ਡਰਾ ਕਰਨੀ ਹੁੰਦੀ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਪੜ੍ਹ ਲਏਗਾ ਤੇ ਲਾਈਨ ਡਰਾ ਕਰ ਲਏਗਾ। ਪੜ੍ਹਿਆਂ ਲਿਖਿਆਂ ਨੂੰ ਜ਼ਿਆਦਾ ਪ੍ਰੋਬਲਮ ਹੈ ਸ਼ੋਅ ਆਫ ਦੀ, ਜੋ ਅਸੀਂ ਵਿਚਾਰ ਕੇ ਹਟੇ ਹਾਂ ਅਜੇ। ਹੁਣ ਉਹਨਾਂ ਦੇ ਵਿੱਚੋਂ ਜਿੱਦਾਂ ਹਜ਼ਾਰਾਂ ਦੀ ਫੌਜ ਦੇ ਵਿੱਚੋਂ ਜਿਹੜੇ ਬਾਦਸ਼ਾਹਾਂ ਦੇ ਬੱਚੇ ਹੁੰਦੇ ਨੇ ਨਾ, ਉਹ ਵੱਖਰੇ ਰੱਖਦੇ ਨੇ ਆਪਣੇ ਆਪ ਨੂੰ। ਇੱਦਾਂ ਹਜ਼ਾਰਾਂ ਦੀ ਭੀੜ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਵੱਖਰਾ ਰੱਖਣਾ ਹੈ। ਭੀੜ ਦੇ ਪਿੱਛੇ ਨਹੀਂ ਤੁਰਨਾ ਹੁੰਦਾ, ਆਪਣੀ ਇੱਕ ਲਾਈਨ ਡਰਾ ਕਰਕੇ ਚੱਲਣਾ ਹੁੰਦਾ, ਲਾਈਲੱਗ ਬਣ ਕੇ ਨਹੀਂ ਚੱਲਣਾ ਹੁੰਦਾ। ਤੇ ਮੈਂ ਬੇਨਤੀ ਕਰ ਦੇਵਾਂ, ਥੋੜ੍ਹੇ ਦਿਨ ਪਹਿਲਾਂ ਵੀ ਮੈਂ ਬੋਲੀ ਹੈ, ਬਹੁਤੇ ਪੜ੍ਹਾਈ ਵਾਲਿਆਂ ਨੂੰ ਲੱਗਦਾ ਹੀ ਨਹੀਂ ਹੈ ਵੀ ਅਸੀਂ ਲਾਈਲੱਗ ਹਾਂ। ਉਹਨਾਂ ਨੂੰ ਥੋੜ੍ਹਾ ਲੱਗਦਾ, ਉਹਨਾਂ ਨੂੰ ਲੱਗਦਾ ਵੀ ਅਨਪੜ੍ਹ ਲੋਕ ਲਾਈਲੱਗ ਹੁੰਦੇ ਨੇ। ਪਰ ਉਹਨਾਂ ਦੀ ਤੁਸੀਂ ਜਦੋਂ ਖਰੀਦਦਾਰੀ ਦੀ ਲਿਸਟ ਵੇਖੋਗੇ ਵੀ ਕੀ ਖਰੀਦਦੇ ਨੇ, ਉਹਨਾਂ ਦੇ 'ਚ ਅੱਧੀਆਂ ਚੀਜ਼ਾਂ ਲਾਈਲੱਗ ਬਣ ਕੇ ਲਈਆਂ ਹੁੰਦੀਆਂ ਨੇ ਉਹਨਾਂ ਨੇ। ਅੱਧੀਆਂ ਕੀ, ਲਗਭਗ ਅੱਧੀਆਂ ਤੋਂ ਵੀ ਜ਼ਿਆਦਾ ਚੀਜ਼ਾਂ। ਕਿਹੜਾ ਫੋਨ ਖਰੀਦਣਾ ਜਿਹਦਾ ਟਰੈਂਡ ਚੱਲਦਾ ਪਿਆ? ਕਿਉਂ ਚੱਲਦਾ ਪਿਆ ਟਰੈਂਡ? ਟਰੈਂਡ ਕੌਣ ਚਲਾਉਂਦੇ ਨੇ? ਲਾਈਲੱਗ ਲੋਕ ਚਲਾਉਂਦੇ ਨੇ। ਹੋਰ ਕੌਣ ਚਲਾਉਂਦੇ ਨੇ? ਤੁਸੀਂ ਕਿਤੇ ਵੇਖ ਲੈਣਾ। ਇਹ ਸੁਣਨ ਨੂੰ ਗੱਲ ਔਖੀ ਲੱਗ ਸਕਦੀ ਹੈ। ਕਿਹੜੀ ਚੀਜ਼ ਆਉਂਦੀ ਹੈ ਟਰੈਂਡ ਦੇ ਵਿੱਚ? ਬੇਕਾਰ ਹੋਵੇ ਬਸ ਟਰੈਂਡ ਦੇ ਵਿੱਚ ਆ ਗਈ ਹੈ,
ਅਸੀਂ ਵੀ ਤਾਂ ਡਿੱਗਾਂਗੇ ਨਾਲ, ਕਿਉਂਕਿ ਪੜ੍ਹੇ ਲਿਖੇ ਹਾਂ, ਇਸ ਕਰਕੇ ਡਿੱਗਣਾ ਛੇਤੀ ਸੌਖਾ ਹੋ ਜਾਂਦਾ ਪੜ੍ਹੇ ਲਿਖਿਆਂ ਦਾ। ਉਸ ਦੇ ਵਿੱਚ ਇੱਕ ਆਪਣੀ ਲਾਈਨ ਡਰਾ ਕਰਕੇ ਚੱਲਣਾ ਹੁੰਦਾ ਹੈ। ਤੇ ਫਿਰ ਕੀ ਹੈ, ਪਾਤਸ਼ਾਹ ਅੱਗੇ ਚੜ੍ਹਨ ਪਿੱਛੇ ਸਭ ਉਮਰਾਓ ਪਿਆਦੇ। ਜਦੋਂ ਬਾਦਸ਼ਾਹ ਨੇ ਇੱਕ ਜਗ੍ਹਾ ਤੋਂ ਨਵੀਂ ਥਾਂ ਦੇ ਉੱਤੇ ਆਪਣਾ ਡੇਰਾ ਕਰਨਾ ਹੋਵੇ ਤੇ ਉਹ ਕੀ ਕਰਦਾ, ਸਭ ਤੋਂ ਪਹਿਲਾਂ ਅੱਗੇ ਬਾਦਸ਼ਾਹ ਜਾ ਰਿਹਾ ਹੁੰਦਾ ਹੈ। ਹਾਂ, ਉਹਦੇ ਕੁਝ ਸੈਨਾਪਤੀ ਉਹਦੇ ਤੋਂ ਵੀ ਅੱਗੇ ਰਸਤਾ ਧਿਆਨ ਰੱਖਦੇ ਨੇ ਵੀ ਭਾਈ ਜਿਹੜਾ ਟ੍ਰੈਫਿਕ ਨਾ ਹੋਵੇ, ਜੋ ਕੁਝ ਨਾ ਹੋਵੇ, ਉਹ ਸਾਰਾ ਧਿਆਨ ਰੱਖਣਾ ਹੁੰਦਾ। ਪਰ ਸਨਮਾਨ ਦੇ ਵਿੱਚ ਸਭ ਤੋਂ ਅੱਗੇ ਬਾਦਸ਼ਾਹ ਜਾ ਰਿਹਾ ਹੁੰਦਾ। ਫਿਰ ਕੀ ਹੈ, ਪਿੱਛੇ ਸਭ ਉਮਰਾਓ ਪਿਆਦੇ। ਜਿੰਨੀ ਸੈਨਾ ਹੈ ਸਾਰੀ ਉਹਦੇ ਪਿੱਛੇ ਲੱਗ ਕੇ ਤੁਰਦੀ ਪਈ ਹੈ, ਪਿਆਦਾ ਸੈਨਾ, ਪੈਦਲ ਚੱਲਣ ਵਾਲੇ। ਹੁਣ ਉਸੇ ਦਰਬਾਰ ਦੇ ਵਿੱਚ ਵੇਖੋ ਕਿੰਨਿਆਂ ਲੋਕਾਂ ਨੂੰ ਵਿਖਾਵਾ ਕਰਨਾ ਪੈਂਦਾ। ਰਾਜੇ ਨੂੰ ਖੁਸ਼ ਕਰਨ ਦੇ ਲਈ ਕਿੰਨਿਆਂ ਨੂੰ ਵਿਖਾਵਾ ਕਰਨਾ ਪੈਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਣ ਬਣ ਆਵਨ ਤਾਇਫੇ ਉਹ ਸ਼ਾਹਜਾਦੇ ਸਾਦ ਮੁਰਾਦੇ। ਤਾਇਫ ਜਿਹੜਾ ਸ਼ਬਦ ਹੈ ਨਾ, ਤਵਾਇਫ ਲਫ਼ਜ਼ ਤੁਸੀਂ ਸੁਣਿਆ ਹੋਵੇਗਾ, ਵੈਸੇ ਅਰਬੀ ਦਾ ਲਫ਼ਜ਼ ਹੈ ਇਹ, ਔਰ ਇਹਦਾ ਮਤਲਬ ਹੁੰਦਾ ਜਿਹੜੇ ਘੁੰਮ ਘੁੰਮ ਕੇ ਨੱਚਣ ਵਾਲੇ। ਖਾਸ ਕਰਕੇ ਮੁਗਲ ਕਾਲ ਵੇਲੇ ਜਾਂ ਜਿਹੜੇ ਪਹਿਲੇ ਰਾਜ ਦਰਬਾਰ ਸੀ, ਉਹਨਾਂ ਰਾਜਿਆਂ ਦੇ ਵਿੱਚ ਨੱਚਣ ਵਾਲੀਆਂ ਇਸਤਰੀਆਂ ਦਾ ਖਾਸ ਤੌਰ 'ਤੇ ਪ੍ਰਬੰਧ ਕੀਤਾ ਜਾਂਦਾ ਸੀ। ਉਹਦੇ ਲਈ ਤਵਾਇਫ ਸ਼ਬਦ ਵਰਤਿਆ ਜਾਂਦਾ ਹੈ। ਇਹ ਅਰਬੀ ਦਾ ਲਫ਼ਜ਼ ਹੈ। ਤੇ ਹੁਣ ਜਿਨ੍ਹਾਂ ਨੇ ਨੱਚਣਾ ਹੈ, ਕਿਉਂਕਿ ਉਹਨਾਂ ਦਾ ਮਕਸਦ ਕੀ ਹੈ, ਜਦੋਂ ਗੱਲ ਕੀਤੀ ਜਾਵੇਗੀ, ਗੱਲ ਸੁਸਾਇਟੀ ਦੇ ਵਿੱਚ ਵਰਤਣ ਵਾਲੇ ਸਾਰਿਆਂ ਦੀ ਕੀਤੀ ਜਾਵੇਗੀ। ਹੁਣ ਜਿੰਨੇ ਨੱਚਣਾ ਹੈ ਉਹ ਨੱਚਦੀ ਕਿਉਂ ਪਈ ਹੈ, ਇੰਪ੍ਰੈਸ ਕਰਨਾ ਹੈ। ਇੰਪ੍ਰੈਸ ਕਿਉਂ ਕਰਦੀ ਪਈ ਹੈ, ਕਿਉਂਕਿ 4 ਪੈਸੇ ਆ ਜਾਣਗੇ। ਉਹਦਾ ਮਕਸਦ ਇੱਥੋਂ ਤੱਕ ਹੈ। ਉਹਨੂੰ ਇੰਪ੍ਰੈਸ ਕਰਨ ਦੇ ਲਈ ਕਿੰਨਾ ਤਿਆਰ ਹੋਣਾ ਪੈ ਰਿਹਾ ਹੈ, ਕਿੰਨਾ ਕੁਝ ਅਡੰਬਰ ਕਰਨਾ ਪੈ ਰਿਹਾ ਹੈ। ਤੁਸੀਂ ਵੇਖ ਲਓ ਅੱਜ ਕੱਲ੍ਹ ਦਾ ਜਿਹੜਾ ਇਹ ਸਿਸਟਮ ਚੱਲਦਾ ਪਿਆ ਟੀਵੀਆਂ ਦੇ ਉੱਤੇ। ਮੈਂ ਉਦਣ ਵੀ ਬੇਨਤੀ ਕੀਤੀ ਸੀ ਵੀ ਇਸ ਕੰਮ ਦੇ ਵਿੱਚ ਹੋ ਸਕਦਾ ਹੈ ਪੈਸਾ ਵੀ ਚੰਗਾ ਮਿਲ ਜਾਵੇ। ਇਸ ਕੰਮ ਦੇ ਵਿੱਚ ਅੱਜ ਕੱਲ੍ਹ ਨਾਮ ਵੀ ਬੜਾ ਹੋਣ ਲੱਗ ਪਿਆ ਹੈ ਅਤੇ ਲੋਕਾਂ ਨੂੰ ਚਾਅ ਵੀ ਬੜਾ ਹੈ। ਹਰ ਬੰਦਾ ਫੋਨ ਫੜ ਕੇ ਅਤੇ ਇਹੋ ਕੰਮ ਹੀ ਕਰਨ ਲੱਗ ਪਿਆ ਵੀ ਨੱਚਣ ਲੱਗ ਪਈਏ, ਸਾਰਿਆਂ ਨੇ ਇਹੋ ਕੁਝ ਹੀ ਬਣ ਜਾਣਾ। ਹਰ ਤੀਜਾ ਬੰਦਾ ਨੱਚ ਨੱਚ ਕੇ ਵੀਡੀਓ ਪਾਉਣ ਦੇ ਲਈ ਤਿਆਰ ਹੋ ਰਿਹਾ ਵੀ ਇਹੋ ਹੀ ਕੰਮ ਰਹਿ ਗਿਆ ਦੁਨੀਆ ਦੇ ਉੱਤੇ। ਕਿੰਨਾ ਅਡੰਬਰ ਕਰਨਾ ਪੈਂਦਾ ਹੈ ਨੱਚਣ ਵਾਲੇ ਨੂੰ। ਬਣ ਬਣ ਆਵਨ ਤਾਇਫੇ, ਪਰ ਕਹਿੰਦੇ ਵੇਖੋ ਉਹ ਸ਼ਾਹਜਾਦੇ ਸਾਦ ਮੁਰਾਦੇ। ਤੇ ਜੇ ਭਲਾ ਬਾਦਸ਼ਾਹ ਦਾ ਪੁੱਤਰ ਜਿਹੜਾ ਹੈ ਉਹ ਤਿਆਰ ਨਾ ਵੀ ਹੋਇਆ ਹੋਵੇ, ਬਿਲਕੁਲ ਇੱਦਾਂ ਹੀ ਤੁਰਦਾ ਫਿਰਦਾ ਰਵੇ ਵੀ ਕੋਈ ਰਾਜਿਆਂ ਵਾਲੇ ਜਾਂ ਰਾਜਕੁਮਾਰਾਂ ਵਾਲੇ ਕੱਪੜੇ ਨਾ ਵੀ ਪਾਵੇ। ਕੋਈ ਮਾਈਕ ਚੱਲਦਾ ਪਿਆ ਤੇ ਕੋਈ ਉਹਨਾਂ ਨੂੰ ਇੰਝ ਲੱਗਦਾ ਵੀ ਕੋਈ ਉਹਨੂੰ ਕਹਿ ਦੇਗਾ ਵੀ ਹਾਂ ਇਹ ਰਾਜੇ ਦਾ ਪੁੱਤਰ ਨਹੀਂ ਹੈ। ਜੇ ਉਹਨੇ ਕੱਪੜੇ ਨਹੀਂ ਵੀ ਪਾਏ ਬਾਦਸ਼ਾਹ ਵਾਲੇ, ਉਹ ਬੜੇ ਤਿਆਰ ਹੋ ਕੇ ਨਹੀਂ ਵੀ ਫਿਰਦਾ ਪਿਆ, ਤਾਂ ਵੀ ਲੋਕੀ ਇਹੋ ਕਹਿਣਗੇ ਵੀ ਇਹ ਭਾਈ ਬਾਦਸ਼ਾਹ ਦਾ ਪੁੱਤਰ ਹੀ ਹੈ। ਬਿਲਕੁਲ ਇੱਦਾਂ ਦੀ ਖੇਡ ਹੁਣ ਸਾਡੇ ਨਾਲ ਇੱਥੇ ਵਾਪਰਨੀ ਹੈ। ਸੇਵਾ ਕਰਨ 2 ਤਰੀਕੇ ਦੇ ਲੋਕ ਆਉਂਦੇ ਨੇ। ਇੱਕ ਤੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਬਣ ਥਣਨ ਦਾ ਬੜਾ ਚਾਅ ਹੁੰਦਾ ਵੀ ਮੇਰਾ ਨਾਮ ਅੱਗੇ ਹੋਵੇ, ਮੇਰੀ ਗੱਲ ਅੱਗੇ ਹੋਵੇ। ਮੈਂ ਅਕਸਰ ਬੇਨਤੀ ਕਰਦਾ ਵੀ ਜਿੱਥੇ ਜਾਂਦੇ ਨੇ ਕੈਮਰੇ ਉਹਨਾਂ ਦੇ ਪਹਿਲਾਂ ਪਹੁੰਚ ਜਾਂਦੇ ਨੇ, ਜਾਂ ਆਪਣੇ ਮੂੰਹ ਤੋਂ ਉਹਨਾਂ ਨੂੰ ਮਸ਼ਹੂਰੀ ਪਹਿਲਾਂ ਕਰਨੀ ਪੈਂਦੀ ਹੈ ਵੀ ਭਾਈ ਆਹ ਵੇਖੋ ਅਸੀਂ ਸੇਵਾ ਕਰਨ ਵਾਲੇ। ਇਹ ਉਹ ਲੋਕ ਨੇ, ਬਖਸ਼ ਲਵੇ ਸਤਿਗੁਰੂ, ਜਿੱਦਾਂ ਇੱਕ ਨੱਚਣ ਵਾਲੀ ਨੂੰ ਇੰਪ੍ਰੈਸ ਕਰਨ ਦੇ ਲਈ ਬੜਾ ਹਾਰ ਸ਼ਿੰਗਾਰ ਤੇ ਅਡੰਬਰ ਕਰਨਾ ਪੈਂਦਾ ਹੈ ਨਾ। ਸ਼ਬਦ ਔਖਾ ਹੈ, ਸਖਤ ਹੈ, ਪਰ ਇਹ ਇੱਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਵਿਖਾਵਾ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮਹਾਰਾਜ ਵਿਖਾਵੇ ਤੇ ਖੁਸ਼ ਹੋ ਜਾਵੇਗਾ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਸ਼ਹਿਜ਼ਾਦੇ ਹੁੰਦੇ ਨੇ ਨਾ, ਉਹ ਸਦਾ ਹੀ ਸ਼ਹਿਜ਼ਾਦੇ ਹੁੰਦੇ ਨੇ, ਉਹਨਾਂ ਨੂੰ ਕੋਈ ਵਿਖਾਵਾ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਨਾਨਕ ਦੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਨੇ, ਜਿਹੜੇ ਸਿੱਖ ਨੇ, ਉਹਨੂੰ ਕੋਈ ਵਿਖਾਵਾ ਕਰਨ ਦੀ ਲੋੜ ਨਹੀਂ ਹੈ। ਜਿੱਦਾਂ ਵੀ ਹੋਵੇ ਸ਼ਹਿਜ਼ਾਦਾ ਐਕਸੈਪਟ ਹੈ। ਸਿੱਖ ਜਿੱਦਾਂ ਦੀ ਵੀ ਹਾਲਤ ਦੇ ਵਿੱਚ ਹੋਵੇ, ਸਿੱਖ ਉੱਦਾਂ ਦੀ ਹਾਲਤ ਦੇ ਵਿੱਚ ਐਕਸੈਪਟ ਹੈ। ਇਹ ਨਹੀਂ ਵੀ ਵਿਖਾਵਾ ਕਰੇਗਾ ਤੇ ਤਾਂ ਹੀ ਸਿੱਖ ਹੋ ਸਕਦਾ ਹੈ। ਸਿੱਖ ਜਿੱਦਾਂ ਦਾ ਹੈ ਉੱਦਾਂ ਦਾ ਹੀ ਸਿੱਖ ਹੈ। ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਆਉਂਦਾ ਹੈ, ਹਜ਼ੂਰ ਕਹਿੰਦੇ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਧਰੈ ਪ੍ਰਭ ਹੋਵੇ ਸੋ ਪ੍ਰਸੰਨਾ। ਮਰਦ ਕਹਿੰਦੇ ਕੁਝ ਵੀ ਪੱਲੇ ਨਾ ਹੋਵੇ, ਉਹ ਫਿਰ ਬਾਦਸ਼ਾਹ ਦਾ ਬਾਦਸ਼ਾਹ ਹੈ। ਅੱਗੇ ਗੱਲ ਇਹਦੇ ਬਾਰੇ ਆਵੇਗੀ। ਇੱਕ ਤੁਸੀਂ ਸ਼ਾਇਦ ਇਸ ਗੱਲ ਨੂੰ ਸੁਣਿਆ ਹੋਵੇਗਾ, ਮੈਂ ਇਸ ਕਰਕੇ ਕਹਿ ਰਿਹਾ ਵੀ ਸ਼ੋਅ ਆਫ ਦੀ ਲਾਈਫ ਸੋਸਾਇਟੀ ਦੇ ਵਿੱਚ ਤੇ ਸਾਨੂੰ ਔਖਾ ਕਰਦੀ ਹੈ, ਧਾਰਮਿਕ ਦੁਨੀਆ 'ਚ ਉਹਦੇ ਤੋਂ ਵੀ ਔਖਾ ਕਰਦੀ ਹੈ। ਬਾਹਰ ਦਾ ਬਿਮਾਰ ਤੇ ਇੱਥੇ ਆ ਕੇ ਠੀਕ ਹੋ ਜਾਵੇਗਾ, ਜਿਹੜਾ ਇੱਥੇ ਬਿਮਾਰ ਹੋ ਗਿਆ ਉਹਦਾ ਕੋਈ ਇਲਾਜ ਨਹੀਂ ਹੈ।
ਅਸੀਂ ਕਈ ਵਾਰ ਇਸ ਗੱਲ ਨੂੰ ਵਿਚਾਰਿਆ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸੀ, ਤੁਹਾਡੇ ਇੱਥੇ ਦੀ ਗੱਲ, ਉਹਦੇ ਤੋਂ ਕੁਝ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਜੇ ਜਦੋਂ ਗੁਰੂ ਨਹੀਂ ਸੀ ਬਣੇ, ਉਹਨਾਂ ਨੂੰ ਇੱਥੇ ਮਿਲਦੇ ਨੇ, ਉਹਨਾਂ ਦੀ ਮੁਲਾਕਾਤ ਹੋਈ ਇੱਥੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਚਲ ਗਏ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ਼ਾਰਾ ਇਹ ਗੱਲ ਨੂੰ ਕਰ ਗਏ ਵੀ ਜਿਹੜੇ ਅਗਲੇ ਸਤਿਗੁਰੂ ਨੇ ਉਹ ਬਾਬਾ ਬਕਾਲਾ ਸਾਹਿਬ ਹੋਣਗੇ। ਹੁਣ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਭਾਈ ਮੱਖਣ ਸ਼ਾਹ ਲੁਬਾਣਾ ਦੀ ਗੱਲ ਆਉਂਦੀ ਹੈ, ਕਿਉਂਕਿ ਉਹ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੇ ਉਹਦੇ ਤੋਂ ਵੀ ਪਹਿਲਾਂ ਉਹਨਾਂ ਦੇ ਵੱਡਿਆਂ ਦਾ ਜ਼ਿਕਰ ਆਉਂਦਾ ਗੁਰੂ ਘਰ ਦੇ ਨਾਲ ਜੁੜੇ ਹੋਣ ਦਾ। ਤਾਂ ਹੁਣ ਜਦੋਂ ਉਹ ਜੁੜੇ ਨੇ ਤੇ ਹਰ ਸਾਲ ਉਹ ਮਹਾਰਾਜ ਦੇ ਦਰਬਾਰ ਦੇ ਵਿੱਚ ਭੇਟਾ ਲੈ ਕੇ ਆਉਂਦੇ ਸੀ। ਉਹਨੂੰ ਪਤਾ ਸੀ, ਕਿਉਂਕਿ ਜਿਹੜੇ ਦਸਵੰਧ ਲੈ ਕੇ ਆਉਂਦੇ ਸੀ ਸਿੱਖ ਸਾਲ ਬਾਅਦ ਕਿਤੇ ਆਉਂਦੇ ਹੁੰਦੇ ਸੀ, ਔਰ ਬੜੀ ਚੜ੍ਹਦੀ ਕਲਾ ਵਾਲਾ ਸਿੱਖ ਸੀ, ਮਹਾਰਾਜ ਨੇ ਬਹੁਤ ਪੈਸਾ ਦਿੱਤਾ ਸੀ ਉਹਨੂੰ। ਉਹ ਸਾਲ ਬਾਅਦ ਦਸਵੰਧ ਲੈ ਕੇ ਆਉਂਦਾ ਸੀ, ਜਾਂ ਜਦੋਂ ਸਮਾਂ ਬਣਦਾ ਸੀ ਦਸਵੰਧ ਲੈ ਕੇ ਆਉਂਦਾ। ਉਹਨੂੰ ਪਤਾ ਲੱਗਾ ਵੀ ਮਹਾਰਾਜ ਦਿੱਲੀ ਦੇ ਵਿੱਚ ਨੇ। ਜਦੋਂ ਉਹਨੂੰ ਦਿੱਲੀ ਦੇ ਬਾਰੇ ਖਬਰ ਮਿਲਦੀ ਵੀ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਨੇ, ਉਹ ਬਾਬਾ ਬਕਾਲਾ ਸਾਹਿਬ ਚੱਲ ਜਾਂਦਾ। ਹੁਣ ਦਸਵੰਧ ਦੀ ਭੇਟਾ ਰੱਖਣੀ ਹੈ, ਤੁਸੀਂ ਉਹਨੂੰ ਵੱਖਰੇ ਵੱਖਰੇ ਰੂਪ ਦੇ ਵਿੱਚ ਸੁਣਦੇ ਹੋਵੋਗੇ। ਹੁਣ ਦਸਵੰਧ ਦੀ ਭੇਟਾ ਜਦੋਂ ਰੱਖਣ ਲੱਗਦਾ ਹੈ ਤੇ ਇਸ ਗੱਲ ਦੀ ਦੁਚਿੱਤੀ ਹੈ ਵੀ ਰੱਖੇ ਕਿਹਦੇ ਅੱਗੇ, ਕਿਉਂਕਿ ਉੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗੇ 22 ਜਣੇ ਹੋਰ ਬੈਠੇ ਨੇ ਮੰਜੀਆਂ ਲਾ ਕੇ ਆਪਣੀਆਂ। ਉਹ ਕੋਈ ਇਹ ਕਹਿ ਰਿਹਾ ਹੈ ਵੀ ਮੈਂ ਬੈਠਾ ਹਾਂ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੇ ਇਤਿਹਾਸ ਦੀ ਇਸ ਗਾਥਾ ਨੂੰ ਪੜ੍ਹੀਏ ਤੇ ਉਹ ਕਹਿੰਦੇ ਨੇ ਵੀ ਇਸ ਗੱਲ ਨੂੰ ਪੂਰੇ ਤੌਰ ਦੇ ਉੱਤੇ ਨਹੀਂ ਬੋਲਿਆ, ਹਾਲਾਂਕਿ ਦੋਵਾਂ ਦੀ ਮੀਟਿੰਗ ਆਪਸ ਦੇ ਵਿੱਚ ਹੋ ਚੁੱਕੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ। ਇੱਥੇ ਸਾਡਾ ਇਹ ਵਿਸ਼ਾ ਨਹੀਂ ਵੀ ਕੀ ਗੱਲਬਾਤ ਹੋਈ, ਪਰ ਗੱਲ ਕੀ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਚੁੱਪ ਕਰਕੇ ਬੈਠੇ ਹੋਏ ਨੇ, ਉਹਨਾਂ ਨੇ ਕੋਈ ਵਿਖਾਵਾ ਨਹੀਂ ਕੀਤਾ। ਉਹ ਗੁਰੂ ਹੈ, ਉਹਨੂੰ ਵਿਖਾਵਾ ਕਰਨ ਦੀ ਲੋੜ ਹੀ ਨਹੀਂ। ਤੇ ਜਿਹੜੇ ਵਿਖਾਵਾ ਕਰਦੇ ਪਏ ਨੇ ਉਹ ਗੁਰੂ ਹੈ ਨਹੀਂ, ਤੇ ਉਹ ਬਸ ਭੇਟਾ ਇਕੱਠੀ ਕਰਨ ਨੂੰ ਸਭ ਤੋਂ ਅੱਗੇ ਹੋ ਕੇ ਬੈਠੇ ਨੇ। ਤੇ ਭਾਈ ਮੱਖਣ ਸ਼ਾਹ ਲੁਬਾਣਾ ਦੇ ਅੱਗੇ 22 ਜਾਣੇ ਬਹਿ ਗਏ ਨੇ। ਹੁਣ ਕੀ ਕਰਦਾ ਪਿਆ, ਨਾਲੇ ਤਾਂ ਥੋੜ੍ਹੀ ਜਿਹੀ ਭੇਟਾ ਰੱਖੀ ਜਾਂਦਾ ਤੇ ਨਾਲੇ ਪਰਖਦਾ ਜਾਂਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਗੱਲ ਆ ਜਾਂਦੀ, ਤੇ ਮਹਾਰਾਜ ਨੂੰ ਪਤਾ ਸੀ ਵੀ ਇਹਦੀ ਇੰਨੀ ਦਸਵੰਧ ਆਉਂਦਾ ਹੈ। ਤੇ ਮਹਾਰਾਜ ਨੇ ਪੁੱਛ ਲਿਆ ਵੀ ਭਾਈ ਬਾਕੀ ਦਾ ਦਸਵੰਧ ਕਿੱਥੇ ਚਲਾ ਗਿਆ। ਉਹਨੂੰ ਪਤਾ ਲੱਗ ਗਿਆ ਵੀ ਹਾਂ ਆਹ ਗੱਲ ਹੈ। ਅਸੀਂ ਉਹਨੂੰ ਇੱਦਾਂ ਪੜ੍ਹਦੇ ਹਾਂ ਵੀ ਗੁਰੂ ਲਾਧੋਰੇ। ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੁ ਹੈ ਵੀ ਜੋ ਹੋਵੇਗਾ ਉਹ ਪ੍ਰਗਟ ਹੋ ਹੀ ਜਾਵੇਗਾ। ਮੈਂ ਅਕਸਰ ਇਹਨਾਂ ਦਿਨਾਂ 'ਚ ਬੇਨਤੀ ਕਰਦਾ ਪਿਆ ਹਾਂ, ਦਿਖਾਵੇ ਕਰਨ ਵਾਲਿਆਂ ਨੂੰ 4 ਦਿਨ ਦੀ ਖੇਡ ਹੁੰਦੀ ਹੈ ਬਸ। ਤੁਸੀਂ 4 ਦਿਨ ਧਿਆਨ ਨਾ ਦਿਓ, ਜਾਂ ਤੇ ਹਟ ਜਾਣਗੇ ਗੁਰਦੁਆਰਿਓਂ ਆਉਣੇ, ਤੇ ਜਾਂ ਫਿਰ ਸਿੱਧੇ ਹੋ ਜਾਣਗੇ। ਦਿਖਾਵਾ ਹੁੰਦਾ ਹੀ ਉੱਥੇ ਹੈ ਜਿੱਥੇ ਉਹਨਾਂ ਨੂੰ ਵੇਖਣ ਵਾਲੇ ਬੜੇ ਆ ਗਏ ਨੇ, ਹਾਂਜੀ ਵੇਖੋ ਇਹਨਾਂ ਨੂੰ, ਧਿਆਨ ਹੀ ਨਾ ਦਿਓ, ਧਿਆਨ ਹੀ ਨਾ ਦਿਓ, ਆਪਣੇ ਆਪ ਹੀ ਬਹਿ ਕੇ ਉੱਠ ਕੇ ਚੱਲ ਜਾਣਗੇ। ਔਰ ਕਈ ਵਾਰ ਹੋਇਆ ਇਹ, ਆਪਣੇ ਨਾਲ ਲਾਮ ਲਸ਼ਕਰ ਲੈ ਕੇ ਆਉਣ ਵਾਲੇ। ਮਹਾਰਾਜ ਕਹਿੰਦੇ ਨੇ ਜਾ ਕੇ ਬੈਠ ਜਾਓ ਜਿੱਥੇ ਤੁਸੀਂ ਬੈਠਣਾ ਹੈ, ਤੁਹਾਡੇ ਵੱਲ ਕੋਈ ਵੇਖੇਗਾ ਵੀ ਨਹੀਂ। ਪਰ ਪ੍ਰੋਬਲਮ ਸਾਡੀ ਹੈ, ਅਸੀਂ ਇੰਪ੍ਰੈਸਿਵ ਹੋ ਜਾਂਦੇ ਇਹਨਾਂ ਬੰਦਿਆਂ ਦੇ ਉੱਤੇ। ਵੇਖੋ ਜੀ ਅੱਜ ਗੁਰਦੁਆਰੇ ਵਿੱਚ ਉਹ ਆਇਆ, ਕੌਣ ਆਇਆ? ਜੋ ਆਇਆ ਹੈ ਆਇਆ ਰਵੇ। ਤੁਸੀਂ ਆਪਣੇ ਲਈ ਗੁਰਦੁਆਰੇ ਆਏ ਜੀ, ਤੁਸੀਂ ਬੰਦੇ ਵੇਖਣ ਲਈ ਗੁਰਦੁਆਰੇ ਨਹੀਂ ਆਏ। ਮੈਂ ਬੰਦੇ ਵੇਖਣ ਲਈ ਗੁਰਦੁਆਰੇ ਨਹੀਂ ਆਇਆ, ਮੈਂ ਸਤਿਗੁਰੂ ਨੂੰ ਮਿਲਣ ਦੇ ਲਈ ਆਇਆ। ਜਿਹੜਾ ਮਰਜ਼ੀ ਵੱਡਾ ਬੰਦਾ ਹੋਵੇ, ਗੁਰਦੁਆਰੇ ਵਿੱਚ ਕੋਈ ਵੱਡਾ ਨਹੀਂ ਹੈ। ਔਰ ਇਹਨੂੰ ਮੈਂਟੈਲਿਟੀ ਦੇ ਵਿੱਚ ਲੈ ਕੇ ਆਉਣਾ। ਤੁਸੀਂ ਧਿਆਨ ਨਾ ਦੇਵੋਗੇ ਤੇ ਬਸ ਆਪਣੇ ਆਪ ਹੀ ਅਗਲੇ ਦਿਨ ਉਹਨੂੰ ਪਤਾ ਲੱਗ ਜਾਊਗਾ ਵੀ ਗੁਰਦੁਆਰੇ ਜਾਈਦਾ ਤੇ ਕਿੱਦਾਂ ਜਾਈਦਾ। ਕੌਣ ਪੁੱਛਦਾ ਇਹਨਾਂ ਗੱਲਾਂ ਨੂੰ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭਾਈ ਸ਼ਾਹਜ਼ਾਦੇ ਸਾਧ ਮੁਰਾਦੇ ਵੀ ਚੰਗੇ ਨੇ। ਨੱਚਣ ਵਾਲਿਆਂ ਨੂੰ ਆਪਣਾ ਅਡੰਬਰ ਕਰਨਾ ਪੈਂਦਾ ਹੈ। ਸਿੱਖ ਸਾਧ ਮੁਰਾਦੇ ਵੀ ਚੰਗੇ ਨੇ, ਵਿਖਾਵਾ ਕਰਨ ਵਾਲਿਆਂ ਨੂੰ ਬੜਾ ਕੁਝ ਕਰਨਾ ਪੈ ਜਾਂਦਾ। ਵਿਖਾਵਾ ਕਰਨ ਵਾਲਿਆਂ ਨੂੰ ਕੈਮਰੇ ਵੀ ਲੈ ਕੇ ਆਉਣਾ ਪੈਂਦਾ। ਵਿਖਾਵਾ ਕਰਨ ਵਾਲਿਆਂ ਨੂੰ ਉਦੋਂ ਆਉਣਾ ਪੈਂਦਾ ਸੰਗਤ ਦੇ ਵਿੱਚ ਜਦੋਂ ਬਾਕੀ ਸੰਗਤ ਆਵੇ। ਵਿਖਾਵਾ ਕਰਨ ਵਾਲੇ ਉਦਣ ਆਉਣਗੇ ਜਦੋਂ ਪਤਾ ਵੀ 1000 ਕੁ ਜਾਣੇ ਦੀ ਭੀੜ ਹੋਵੇਗੀ, ਤੇ ਭੀੜ ਦੇ ਵਿੱਚ ਜਾ ਕੇ ਵੇਖਾਂਗੇ ਜੀ ਫਲਾਣਾ ਵੀ ਆਇਆ ਹੀ ਅੱਜ। ਨਹੀਂ, ਜਿਹੜੇ ਵਿਖਾਵੇ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹ ਉਦੋਂ ਵੀ ਸਿੱਖ ਹੀ ਨੇ। ਫਿਰ ਹੋਇਆ ਕੀ, ਰਾਜੇ ਦੇ ਦਰਬਾਰ ਦੇ ਵਿੱਚ ਇੱਕ ਨਿਆਂ ਹੁੰਦਾ ਹੈ। ਖਿਜ਼ਮਤਗਾਰ ਵਡੀਰੀਅਨ, ਜਿਹੜੇ ਖਿਦਮਤ ਕਰਦੇ ਨੇ, ਸੇਵਾ ਕਰਦੇ ਨੇ, ਉਹ ਵਡਿਆਏ ਜਾਂਦੇ ਨੇ, ਉਹਨਾਂ ਦਾ ਮਾਣ ਹੁੰਦਾ ਹੈ। ਦਰਗਾਹ ਹੋਣ ਖੁਆਰ ਕੁਆਦੇ, ਤੇ ਜਿਹੜਾ ਰਾਜੇ ਦੇ ਦਰਬਾਰ ਦੇ ਵਿੱਚ ਉਹਦੇ ਅੱਗੇ ਬੋਲਦਾ ਹੈ ਉਹਨੂੰ ਸਜ਼ਾ ਮਿਲ ਜਾਂਦੀ ਹੈ। ਉਹ ਤਾਂ ਬੋਲ ਵੀ ਨਹੀਂ ਸਕਦੇ। ਹੁਣ ਇੱਦਾਂ ਹੀ ਗੁਰੂ ਨਾਨਕ ਦੇ ਘਰ ਦਾ ਇੱਕ ਨਿਯਮ ਹੈ। ਇਹ ਬੜਾ ਫਰਕ ਹੈ, ਸਿਰਫ ਕੰਪੈਰੀਜ਼ਨ ਦੇ ਤੌਰ ਦੇ ਉੱਤੇ ਵੇਖਿਆ ਜਾ ਰਿਹਾ। ਗੁਰੂ ਨਾਨਕ ਦਾ ਘਰ ਰਾਜਤੰਤਰ ਨਹੀਂ ਹੈ, ਪਰ ਜਿੱਦਾਂ ਰਾਜੇ ਅੱਗੇ ਨਹੀਂ ਨਾ ਬੋਲ ਸਕਦੇ, ਇੱਦਾਂ ਗੁਰੂ ਨਾਨਕ ਦੇ ਘਰ ਦਾ ਇੱਕ ਨਿਯਮ ਹੈ। ਹਜ਼ੂਰ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਮੁੰਨੋਂ ਕੁੱਥਾ ਜਾਏ। ਅੱਧੀਆਂ ਗੱਲਾਂ ਲਈ ਤੇ ਮੱਥਾ ਟੇਕ ਲਿਆ ਵੀ ਮਹਾਰਾਜ ਆਹ ਗੱਲ ਤੇ ਠੀਕ ਹੈ, ਅੱਧੀਆਂ ਗੱਲਾਂ ਲਈ ਮਹਾਰਾਜ ਨੂੰ ਕਹਿ ਦੇਣਾ ਵੀ ਮਹਾਰਾਜ ਆਹ ਗੱਲ ਨਾ ਲਿਖ ਦੇ ਤੇ ਫਿਰ ਬੜੀ ਵਧੀਆ ਗੱਲ ਹੋਣੀ ਸੀ। ਨਹੀਂ, ਇੱਦਾਂ ਨਹੀਂ। ਸਲਾਮ ਵੀ ਕਰੀ ਜਾਣਾ ਤੇ ਅੱਗੋਂ ਜਵਾਬ ਵੀ ਦੇਈ ਜਾਣੇ। ਜਵਾਬ ਦੇਣਾ ਪੰਜਾਬੀ ਦਾ ਸ਼ਬਦ ਨਾ ਤੁਸੀਂ ਸਮਝਦੇ ਜੇ, ਇਹ ਉਸ ਪਾਸੇ ਦੀ ਗੱਲ ਲਿਖੀ, ਸਲਾਮ ਜਵਾਬ ਦੋਵੇਂ ਕਰੇ। ਸਿਰਫ ਸਲਾਮ ਵੀ ਕਰ ਦਿੰਦਾ ਹੈ ਮਾਲਕ ਨੂੰ,
ਜਵਾਬ ਵੀ ਦੇ ਦਿੰਦਾ ਵੀ ਤੇਰੇ ਆਖੇ ਨਹੀਂ ਲੱਗਣਾ। ਉਹ ਸਲਾਮ ਕਾਹਦਾ ਹੋਇਆ? ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ। ਮਹਾਰਾਜ ਕਹਿੰਦੇ ਦਾ ਸਲਾਮ ਕਰਨਾ ਤੇ ਜਵਾਬ ਦੇਣਾ ਦੋਵੇਂ ਬੇਕਾਰ ਨੇ। ਥਾਏ ਨਾ ਕਾਈ ਪਾਏ, ਉਹ ਕਿਸੇ ਵੀ ਥਾਂ ਦਾ ਨਹੀਂ ਹੈ। ਜਿੱਦਾਂ ਰਾਜੇ ਦੇ ਦਰਬਾਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਵਡਿਆਈਆਂ ਹੈ, ਉਹਨੂੰ ਤੇ ਚਲੋ ਉਹ ਨੌਕਰੀ ਦਵਾ ਸਕਦਾ ਹੈ, ਤੇ ਮਹਾਰਾਜ ਕੀ ਵਡਿਆਈ ਦਿੰਦਾ ਹੈ? ਅੱਗੇ ਢੋਈ ਸੇ ਲਹਿਨ, ਸੇਵਾ ਅੰਦਰ ਕਾਰ ਕੁਸ਼ਾਦੇ। ਮਹਾਰਾਜ ਕਹਿੰਦੇ ਵੀ ਰਾਜਾ ਕੀ ਕਰ ਸਕਦਾ? ਰਾਜਾ ਤੇ ਇੰਨਾ ਕੀ ਦੇ ਸਕਦਾ ਭਾਈ ਵੀ ਜਿਹੜੇ 4 ਨੌਕਰੀਆਂ ਚੰਗੀਆਂ ਲੈ ਲਓ। ਅੱਗੇ ਅਸੀਂ ਇੱਕ ਘਟਨਾ ਦਾ ਜ਼ਿਕਰ ਕਰਦੇ ਹਾਂ, ਪਰ ਗੁਰੂ ਨਾਨਕ ਦੇ ਘਰ ਦੀ ਕੀ ਵਡਿਆਈ ਹੈ? ਅੱਗੇ ਢੋਈ ਸੇ ਲਹਿਨ, ਸੇਵਾ ਅੰਦਰ ਕਾਰ ਕੁਸ਼ਾਦੇ। ਕੁਸ਼ਾਦ ਦਾ ਮਤਲਬ ਹੁੰਦਾ ਹੈ ਸ਼ਾਦੀ। ਅਸਲ ਦੇ ਵਿੱਚ ਲਫ਼ਜ਼ ਹੈ ਖੁਸ਼ੀ। ਸ਼ਾਦੀ ਇੱਥੋਂ ਲਫ਼ਜ਼ ਬਣਿਆ ਹੈ। ਜਿਹੜੇ ਸੇਵਾ ਖੁਸ਼ੀ ਦੇ ਨਾਲ ਕਰਦੇ ਨੇ, ਟੌਰ ਦੇ ਨਾਲ ਨਹੀਂ, ਆਕੜ ਦੇ ਨਾਲ ਨਹੀਂ, ਜਿਹੜੇ ਸੇਵਾ ਖੁਸ਼ੀ ਦੇ ਨਾਲ ਕਰਦੇ ਨੇ, ਤੇ ਸੇਵਾ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਮਨ ਹੋਰ ਖਿੜੀ ਜਾਂਦਾ ਹੈ। ਮੈਂ ਬੇਨਤੀ ਕਰ ਦੇਵਾਂ ਤੁਹਾਡੇ ਕੰਪੈਰੀਜ਼ਨ ਦੇ ਵਿੱਚ, ਜਾਂ ਤੁਸੀਂ ਖੁਦ ਜੇਕਰ ਇਹਨੂੰ ਜ਼ਿੰਦਗੀ ਦੇ ਵਿੱਚ ਅਨੁਭਵ ਕਰੋਗੇ, ਕਿਉਂਕਿ ਇਹ ਸੈਲਫ ਦੇ ਰਿਅਲਾਈਜ਼ ਕਰਨ ਤੋਂ ਬਿਨਾਂ ਗੱਲ ਨਹੀਂ ਪਤਾ ਲੱਗੇਗੀ। ਸੇਵਾ 2 ਤਰੀਕੇ ਦੀ ਜਦੋਂ ਅਸੀਂ ਕਰਦੇ ਹਾਂ ਤੇ 2 ਅਨੁਭਵ ਸਾਨੂੰ ਹੋ ਰਹੇ ਹੁੰਦੇ ਨੇ। ਮੈਨੂੰ ਨਹੀਂ ਪਤਾ ਅਸੀਂ ਕਿਸ ਲੈਵਲ ਦੇ ਉੱਤੇ ਜੀਂਦੇ ਹਾਂ, ਤੇ ਮਾਲਕ ਨੇ ਕਿਰਪਾ ਕੀਤੀ ਹੈ ਤੇ ਮੈਂ ਦੋਵੇਂ ਅਨੁਭਵ ਵੇਖੇ ਨੇ ਜ਼ਿੰਦਗੀ ਦੇ ਵਿੱਚ। ਇੱਕ ਸੇਵਾ ਹੁੰਦੀ ਹੈ ਜਿਹ 'ਚ ਗੁੱਸਾ ਆਉਂਦਾ ਸੇਵਾ ਕਰਦਿਆਂ, ਕਿ ਮੰਨ ਲਓ ਤੁਸੀਂ ਬਰਤਨ ਸਾਫ਼ ਕਰਦੇ ਪਏ ਸੀ, ਘਰਾਂ ਦੇ ਵਿੱਚ ਚਲੋ ਹੋ ਜਾਂਦਾ, ਪਰ ਉਹਨੂੰ ਸੇਵਾ ਨਹੀਂ ਕਹਿ ਸਕਦੇ, ਜ਼ਿੰਮੇਵਾਰੀ ਹੋ ਗਈ ਨਾ। ਤੁਸੀਂ ਬਰਤਨ ਸਾਫ਼ ਕਰਦੇ ਪਏ ਸੀ, ਅੱਧਾ ਘੰਟਾ ਲੱਗ ਗਿਆ ਸੀ, ਇਕੱਲੇ ਲੱਗੇ ਪਏ ਸੀ, ਕੋਈ ਨਾਲ ਨਹੀਂ ਲੱਗਾ। ਤੇ ਹੁਣ ਕੀ ਹੋਇਆ? ਗੁਰਦੁਆਰੇ ਦੀ ਗੱਲ ਕਰੀਏ, ਘਰ ਦੀ ਨਹੀਂ, ਸਾਰੀਆਂ ਥਾਲੀਆਂ ਖਤਮ ਹੋ ਗਈਆਂ ਜੀ, ਬਸ ਧੋਤੀਆਂ ਚੱਲੀਆਂ, ਹੁਣ ਮੈਂ ਜਾਣ ਹੀ ਆਣਾ। ਬਸ ਅਜੇ ਆਖਰੀ ਥਾਲੀ ਨੂੰ ਪਾਣੀ ਦੇ ਵਿੱਚ ਥੱਲੇ ਹੀ ਕੀਤਾ ਸੀ, ਤੇ ਕੋਈ ਆਇਆ, ਉਹਨੇ 50 ਹੋਰ ਰੱਖਤੀਆਂ ਲੈ ਕੇ ਵੀ ਇਹਨੂੰ ਹੁਣ ਧੋ, ਹੁਣ ਛੱਡ ਕੇ ਵੀ ਨਹੀਂ ਜਾਣਾ। ਫਿਰ ਉੱਥੇ ਮਨ ਦੀ ਹਾਲਤ ਕੀ ਹੁੰਦੀ? ਫਿਰ ਜਾਂ ਤਾਂ ਗੁੱਸਾ ਹੀ ਆਵੇਗਾ, ਮੈਂ ਤਾਂ ਪਹਿਲਾਂ ਇੰਨਾ ਥੱਕਿਆ ਪਿਆ ਸੀ, ਮੈਂ ਤਾਂ ਪਹਿਲਾਂ ਹੀ ਉਹ ਕਰਦਾ ਪਿਆ ਸੀ, ਤੁਸੀਂ ਲਿਆ ਕੇ ਹੋਰ ਰੱਖ ਦਿੱਤੇ। ਇਹ ਘਰਾਂ 'ਚ ਹੋ ਜਾਂਦਾ ਹੈ, ਘਰਾਂ 'ਚ ਵੀ ਹੁੰਦਾ ਕਿ ਜੇ ਆਖਰੀ ਬਰਤਨ ਧੋਤਾ ਤੇ ਕਿਸੇ ਨੇ ਹੋਰ ਲੈ ਕੇ ਰੱਖਦੇ ਨਾ, ਉਹ ਇੱਦਾਂ ਗੁਰਦੁਆਰਿਆਂ ਵਿੱਚ ਵੀ ਹੋ ਜਾਂਦਾ। ਕਿਉਂ? ਕਿਉਂਕਿ ਮੈਂ ਤਾਂ ਗਿਣਤੀ ਕਰਨ ਆਇਆ ਸੀ ਵੀ ਮੈਂ ਤਾਂ 10 ਹੀ ਧੋਣੇ ਸੀ। ਮੈਂ ਨਹੀਂ ਕਹਿੰਦਾ ਵੀ ਸਾਰੀ ਧੋਵੋ, ਤੁਸੀਂ ਮੇਰੇ ਨਾਲੋਂ ਜ਼ਿਆਦਾ ਚੰਗੇ ਜੇ। ਗੁਰੂ ਨਾਨਕ ਦਾ ਘਰ ਹੈ, ਇੱਥੇ ਮੈਂ ਨਹੀਂ ਧੋਵਾਂਗਾ ਤੇ ਹੋਰ ਕਿਹੜੇ ਧੋਣ ਵਾਲੇ ਆਉਣਗੇ? ਨਹੀਂ। ਆਪਾਂ ਕਿੰਨੀ ਵਾਰ ਕਹਿੰਦੇ ਹਾਂ, ਅਸੀਂ ਜਿੰਨੀ ਵਾਰ ਲੰਗਰ 'ਚ ਬਹਿੰਦੇ ਸਾਨੂੰ ਧੋਤੇ ਹੀ ਮਿਲਦੇ ਨੇ ਨਾ, ਕਦੀ ਧੋ ਕੇ 'ਚ ਨਹੀਂ ਨਾ ਬੈਠਣਾ ਪੈਂਦਾ, ਸਾਨੂੰ ਧੋਤੇ ਹੀ ਮਿਲ ਜਾਂਦੇ ਨੇ। ਕੌਣ ਧੋ ਕੇ ਜਾਂਦੇ? ਉਹ ਵੀ ਮਹਾਰਾਜ ਦੇ ਬੱਚੇ ਹੀ ਨੇ। ਇਸ ਕਰਕੇ ਹੋਇਆ ਕਿ ਜਿਹੜੇ ਖੁਸ਼ੀ ਦੇ ਨਾਲ ਸੇਵਾ ਕਰਦੇ ਨੇ, ਇੱਕ ਸੇਵਾ ਹੁੰਦੀ ਹੈ ਜਿਹੜੀ ਰਜਾ ਦਿੰਦੀ ਹੈ। ਪੋਚਾ ਫੇਰਦੇ ਪਏ ਹਾਂ ਤੇ ਬਸ ਇੱਕ ਸਕੂਨ ਬਣਦਾ ਪਿਆ ਹੈ ਅੰਦਰ, ਇੱਕ ਮੌਜ ਬਣਦੀ ਪਈ ਹੈ। ਬਰਤਨ ਸਾਫ਼ ਕਰਦੇ ਪਏ ਹਾਂ, ਇੱਕ ਆਨੰਦ ਬਣਦਾ ਪਿਆ ਹੈ ਅੰਦਰ। ਮੈਂ ਵਾਰ-ਵਾਰ ਕਹਿ ਦੇਵਾਂ, ਸੇਵਾ ਦੇ ਵਿੱਚ ਤੇ ਬਾਹਰ ਦੀ ਨੌਕਰੀ 'ਚ ਉਹੀ ਫਰਕ ਹੈ। ਬਾਹਰ ਦੀ ਬੰਦਾ 8 ਘੰਟੇ ਨੌਕਰੀ ਕਰੇਗਾ ਨਾ, ਪਤਾ ਵੀ ਤਨਖਾਹ ਵੀ ਮਿਲ ਜਾਣੀ ਹੈ, ਤੇ ਇੱਦਾਂ ਬੰਦਾ ਡਿੱਗਾ ਹੁੰਦਾ ਵੀ ਹਾਏ ਇਹਨਾਂ ਬੰਦਿਆਂ ਨੇ ਕੰਮ ਲੈ ਲਿਆ ਹੈ ਵੀ ਹਿੰਮਤ ਹੀ ਮੁੱਕ ਗਈ ਹੈ। ਤੇ ਬਖਸ਼ ਲਵੇ ਸਤਿਗੁਰੂ, ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਵਾਲੇ ਜੇ ਸੇਵਾ ਕਰੋਗੇ ਤੇ ਕਦੀ ਥਕਾਵਟ ਮਹਿਸੂਸ ਹੁੰਦੀ ਹੀ ਨਹੀਂ ਹੈ ਵੀ ਮੈਂ ਸੇਵਾ ਕਰਕੇ ਥੱਕ ਗਿਆ। ਚਲੋ ਇਹ ਤੇ ਆਪਣੇ ਆਪਣੇ ਅਨੁਭਵ ਨੇ ਵੀ ਕਿਹਨੂੰ ਸੇਵਾ ਕਰਦਿਆਂ ਥਕਾਵਟ ਹੁੰਦੀ ਹੈ ਤੇ ਕਿਹਨੂੰ ਨਹੀਂ ਹੁੰਦੀ। ਜੇ ਥਕਾਵਟ ਹੁੰਦੀ ਹੈ ਤੇ ਅਜੇ ਕੁਝ ਹੋਰ ਪਾਸਾ ਚੱਲਦਾ ਪਿਆ। ਅੱਗੇ ਢੋਈ ਸੇ ਲਹਿਨ, ਅੱਗੇ ਉਹੀ ਢੋਈ ਲੈ ਸਕਦੇ ਨੇ। ਕੌਣ? ਸੇਵਾ ਅੰਦਰ ਕਾਰ ਕੁਸ਼ਾਦੇ, ਜਿਹੜੇ ਮਹਾਰਾਜ ਦੀ ਸੇਵਾ ਖੁਸ਼ੀ ਦੇ ਨਾਲ ਕਰਦੇ ਨੇ, ਉਹਦੀ ਖੁਸ਼ੀ ਲੈਣ ਲਈ ਕਰਦੇ ਨੇ ਤੇ ਆਨੰਦ ਲਈ ਕਰਦੇ ਨੇ। ਤੇ ਸਤਿਗੁਰੂ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਜੇ ਭਲਾ ਇਹ ਸੇਵਾ ਕਰਦੇ ਨੇ ਤੇ ਇਹਨਾਂ ਨੂੰ ਮਿਲਦਾ ਕੀ ਹੈ? ਪਾਤਸ਼ਾਹਾਂ ਪਾਤਸ਼ਾਹ ਸੇ ਗੁਰਮੁਖ ਵਰਤੈ ਗੁਰ ਪ੍ਰਸਾਦੇ। ਜਿਹੜਾ ਗੁਰਮੁਖ ਗੁਰੂ ਦੇ ਪ੍ਰਸਾਦ ਦੇ ਵਿੱਚ ਵਰਤਦਾ ਹੈ, ਇੱਕ ਹੁੰਦਾ ਆਪਣੀ ਅਕਲ ਦੇ ਨਾਲ ਵਰਤਣਾ ਵੀ ਮੈਂ ਤੇ ਇੱਦਾਂ ਹੀ ਕਰਾਂਗਾ, ਇੱਕ ਹੁੰਦਾ ਵੀ ਗੁਰੂ ਦੀ ਕਿਰਪਾ ਦੇ ਨਾਲ ਵਰਤਣਾ ਸੰਗਤ ਦੇ ਵਿੱਚ। ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੋਈ ਕਿੱਦਾਂ ਵਰਤਦਾ ਪਿਆ, ਜੇ ਮਾਫ਼ ਕਰਨਾ, ਪਰ ਅਸਲ ਦੇ ਵਿੱਚ ਅਸੀਂ ਜਦੋਂ ਵਰਤਣਾ ਹੁੰਦਾ ਤਾਂ ਅਸੀਂ ਗੁਰੂ ਕਿਰਪਾ 'ਚ ਵਰਤਣਾ ਹੁੰਦਾ। ਅਸੀਂ ਆਪਣੀ ਅਕਲ 'ਚ ਨਹੀਂ ਵਰਤਣਾ ਹੁੰਦਾ। ਆਪਣੀ ਅਕਲ 'ਚ ਵਰਤਾਂਗੇ ਤੇ ਥੱਕਾਂਗੇ, ਆਪਣੀ ਅਕਲ 'ਚ ਵਰਤਾਂਗੇ ਤੇ ਇੱਥੇ ਬੈਠੇ ਵੀ ਥੱਕ ਜਾਵਾਂਗੇ। ਆਪਣੀ ਅਕਲ 'ਚ ਨਹੀਂ ਵਰਤਾਂਗੇ ਨਾ ਤੇ ਫਿਰ ਕੁਝ ਆਨੰਦ ਹੈ, ਉਹ ਬੈਠਣ ਦਾ ਵੀ ਸਕੂਨ ਵੱਖਰਾ ਹੈ। ਚਲੋ ਫਿਰ ਮੈਂ ਕਹਿ ਦੇਵਾਂ ਤੇ ਅਨੁਭਵ ਦੀਆਂ ਗੱਲਾਂ ਨੇ। ਅਨੁਭਵ ਦਾ ਮਤਲਬ ਇਹ ਨਹੀਂ ਵੀ ਬੜਾ ਔਖਾ ਅਨੁਭਵ ਹੈ ਵੀ ਬੜੀ ਕਿਤੇ ਗਾਂਹ ਦੀਆਂ ਗੱਲਾਂ ਨੇ, ਨਹੀਂ। 10 ਕੁ ਦਿਨ ਹੀ ਕਰਕੇ ਵੇਖ ਲਓ, 11ਵੇਂ ਦਿਨ ਗੱਲ ਪਤਾ ਲੱਗ ਜਾਵੇਗੀ। ਉਹ ਸੇਵਕ ਜਿਹੜੇ ਨੇ ਨਾ ਖੁਸ਼ੀ ਦੇ ਨਾਲ ਕਾਰ ਕਰਦੇ ਨੇ, ਸੇਵਾ ਕਰਦੇ ਨੇ। ਪਾਤਸ਼ਾਹਾਂ ਪਾਤਸ਼ਾਹ ਸੇ, ਉਹ ਤੇ ਭਾਈ ਪਾਤਸ਼ਾਹ ਦੇ ਪਾਤਸ਼ਾਹ ਨੇ। ਬਾਦਸ਼ਾਹ ਨੌਕਰੀਆਂ ਦੇ ਸਕਦਾ ਆਪਣੀ ਸੇਵਾ ਕਰਨ ਵਾਲਿਆਂ ਨੂੰ। ਗੁਰੂ ਨਾਨਕ ਜਿਹੜਾ ਹੈ ਨਾ, ਉਹ ਇੰਨੀ ਕਿਰਪਾ ਕਰਦਾ ਹੈ ਸਿੱਖਾਂ ਦੇ ਉੱਤੇ, ਉਹਨਾਂ ਨੂੰ ਰੱਬ ਦੇ ਘਰ ਦੇ ਵਿੱਚ ਮਾਣ ਮਿਲ ਜਾਂਦਾ ਹੈ। ਪਾਤਸ਼ਾਹਾਂ ਪਾਤਸ਼ਾਹ ਸੇ, ਪਰ ਕੌਣ ਹੈ ਉਹ ਪਾਤਸ਼ਾਹ ਦੇ ਪਾਤਸ਼ਾਹ ਨੇ? ਕੌਣ?
ਗੁਰਮੁਖ ਵਰਤੈ ਗੁਰ ਪ੍ਰਸਾਦੇ। ਜਿਹੜਾ ਗੁਰਮੁਖ ਗੁਰੂ ਦੇ ਪ੍ਰਸਾਦ ਦੇ ਵਿੱਚ ਵਰਤਦਾ ਹੈ ਵੀ ਗੁਰੂ ਤੇਰੀ ਕਿਰਪਾ ਹੋਵੇ ਤੇ ਮੈਂ ਇਹ ਕੰਮ ਕਰ ਸਕਦਾ। ਇੱਕ ਉਦਾਹਰਣ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ, ਸੰਖੇਪ ਕਰਾਂਗਾ, ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇਗਾ ਉਸ ਘਟਨਾ ਦਾ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਜਹਾਂਗੀਰ ਦੇ ਨਾਲ ਨਾ ਹਿੰਦੁਸਤਾਨ ਦੇ ਕੁਝ ਇਲਾਕੇ ਦਾ ਚੱਕਰ ਲਗਾ ਰਹੇ ਸੀ, 6ਵੇਂ ਸਤਿਗੁਰੂ। ਤੇ ਹੁਣ ਜਦੋਂ ਸੰਗਤ ਨੂੰ ਪਤਾ ਲੱਗਾ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਉਹ ਮੀਰੀ ਪੀਰੀ ਦੇ ਮਾਲਕ ਸੀ, ਜਿੱਦਾਂ ਬਾਦਸ਼ਾਹ ਫਿਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਦਾਂ ਫਿਰਦੇ ਸੀ। ਇੱਕ ਸਿੱਖ ਨੂੰ ਪਤਾ ਲੱਗ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ। ਉਹਨੇ ਸੋਚਿਆ ਵੀ ਚਲੋ ਸਤਿਗੁਰੂ ਦੇ ਦਰਸ਼ਨ ਕਰਨ ਜਾਵਾਂਗੇ। ਉਹਨੇ ਮੈਂ ਭੇਟਾ ਕਿਹੜੀ ਲੈ ਕੇ ਜਾਣੀ ਹੈ, ਹੁਣ ਆਮ ਸਿੱਖ ਸੀ, ਭੇਟਾ ਕੋਈ ਬਹੁਤੀ ਹੈ ਨਹੀਂ ਸੀ। ਉਹਨੇ ਕੀ ਕੀਤਾ, ਉਹਨੇ ਰਸਤੇ ਦੇ ਵਿੱਚ ਉਹ ਘਾਹ ਕੱਟਿਆ ਵੀ ਮਹਾਰਾਜ ਦੇ ਘੋੜਿਆਂ ਨੂੰ ਘਾਹ ਪਾ ਦੇਵਾਂਗੇ, ਸਾਡੇ ਲਈ ਇਹੋ ਭੇਟਾ। ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਇਕੱਲਾ ਪੈਸਾ ਹੀ ਭੇਟਾ ਨਹੀਂ, ਤੁਸੀਂ ਜੋ ਸੰਗਤ ਦੇ ਵਿੱਚ ਕੰਮ ਵਾਲਾ ਭੇਟ ਕਰ ਦਿਓ, ਉਹ ਪ੍ਰਵਾਨ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਜਿਹਦੀ ਲੋੜ ਹੈ ਉਹ ਭੇਟ ਕਰ ਦਿਓ। ਪੈਸਾ ਅੱਜ ਕੱਲ੍ਹ ਜ਼ਰੂਰੀ ਹੋ ਗਿਆ, ਪਰ ਮੈਂ ਫਿਰ ਕਹਿ ਦੇਵਾਂ ਜਿਹੜੀ ਚੀਜ਼ ਗੁਰਦੁਆਰੇ ਵਰਤੋਂ ਦੇ ਵਿੱਚ ਆ ਸਕਦੀ ਹੈ ਉਹੀ ਚੀਜ਼ ਭੇਟ ਕਰ ਦਿਓ, ਪ੍ਰਵਾਨ ਹੈ। ਕੋਈ ਜ਼ਰੂਰੀ ਨਹੀਂ ਵੀ ਕਰੰਸੀ ਹੀ ਦੇਣੀ ਹੈ, ਇਹ ਇੱਕ ਪਾਸਾ ਹੈ ਬਸ। ਅਸੀਂ ਭੇਟ ਦੇਣ ਆਏ ਹਾਂ, ਅਸੀਂ ਕਰੰਸੀ ਦੇ ਸੇਵਕ ਨਹੀਂ ਹਾਂ। ਅਸੀਂ ਭੇਟਾ ਹੈ, ਭੇਟਾ ਰੱਖਣੀ ਹੈ ਗੁਰੂ ਦੇ ਅੱਗੇ। ਕਿਹੜੀ ਰੱਖ ਦਿੱਤੀ, ਚਲੋ ਇਹਦੇ ਬਾਰੇ ਕਿਤੇ ਵਿਸ਼ਾ ਆਵੇਗਾ। ਉਹਨੇ ਕੀ ਕੀਤਾ, ਉਹਨੇ ਘਾਹ ਕੱਟਿਆ ਸੀ ਤੇ ਉਹਨੇ ਮਹਾਰਾਜ ਦੇ ਅੱਗੇ ਲਿਆ ਕੇ ਰੱਖਣਾ ਸੀ। ਤੇ ਉਹ ਕਹਿੰਦੇ ਵੀ ਭੁਲੇਖੇ ਦੇ ਨਾਲ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ। ਜਦੋਂ ਉਹਨੂੰ ਪਤਾ ਲੱਗਾ ਵੀ ਮੈਂ ਤਾਂ ਗਲਤ ਥਾਂ ਤੇ ਆ ਗਿਆ, ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਜਾਣਾ ਸੀ। ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਸ ਵੇਲੇ ਜਹਾਂਗੀਰ। ਉਹਨੇ ਕੀ ਕੀਤਾ, ਉਹਨੂੰ ਪਤਾ ਲੱਗਾ, ਉਹਨੇ ਕੁਝ ਪੈਸੇ ਵੀ ਰੱਖੇ, ਮੰਨ ਲਓ ਟਕਾ ਇੱਕ ਰੱਖਿਆ ਕਹਿੰਦੇ। ਉਹਨੇ ਪੰਡ ਵਾਪਸ ਚੁੱਕ ਲਈ। ਜਦੋਂ ਉਹਨੂੰ ਪਤਾ ਲੱਗਾ ਵੀ ਮੈਂ ਗਲਤ ਥਾਂ ਦੇ ਉੱਤੇ ਆ ਗਿਆ। ਹੁਣ ਭੇਟਾ ਗੁਰੂ ਹਰਗੋਬਿੰਦ ਸਾਹਿਬ ਲਈ ਆਈ ਸੀ, ਉਹਨੇ ਵਾਪਸ ਚੁੱਕ ਲਈ। ਤੇ ਜਹਾਂਗੀਰ ਕਹਿੰਦਾ ਵੀ ਤੈਨੂੰ ਪਤਾ ਤੂੰ ਕਿਹਦੇ ਕੋਲ ਚੁੱਕਦਾ ਪਿਆ, ਉਹਨੂੰ ਬਾਦਸ਼ਾਹ ਦੇ ਅੱਗੇ ਰੱਖੀ ਤੀ ਚੁੱਕ ਲਓ ਤੇ ਕਿੰਨਾ ਬੁਰਾ ਲੱਗਦਾ, ਤੇ ਰਿਸ਼ਤੇਦਾਰ ਦੇ ਕੋਲ ਗਲਾਸ ਚੁੱਕ ਲਓ ਤਾਂ ਉਹਨੂੰ ਬੁਰਾ ਲੱਗਣ ਲੱਗ ਪੈਂਦਾ, ਤੇ ਬਾਦਸ਼ਾਹ ਦੇ ਅੱਗੋਂ ਤੁਸੀਂ ਰੱਖਿਆ ਸਮਾਨ ਚੁੱਕ ਲਵੋ ਤੇ ਤੈਨੂੰ ਪਤਾ ਤੂੰ ਕਿਹਦੇ ਅੱਗੋਂ ਸਮਾਨ ਚੁੱਕਦਾ ਪਿਆ। ਕਹਿੰਦਾ ਕੋਈ ਗੱਲ ਨਹੀਂ, ਜਿਹਦੇ ਲਈ ਇਹ ਆਈ ਹੈ ਇਹ ਉਹਦੇ ਕੋਲ ਹੀ ਪਹੁੰਚੇਗੀ। ਨਹੀਂ ਵੀ ਤੂੰ ਦੱਸ ਵੀ ਇਹਦੇ ਬਦਲੇ 'ਚ ਤੈਨੂੰ ਕਿੰਨਾ ਕੁਝ ਦੇ ਸਕਦਾ। ਕਹਿੰਦਾ ਨਹੀਂ, ਬਦਲੇ 'ਚ ਮਤਲਬ ਹੀ ਨਹੀਂ, ਮੈਨੂੰ ਇਹਦੇ ਨਾਲ ਮਤਲਬ ਨਹੀਂ ਹੈ ਵੀ ਤੂੰ ਮੈਨੂੰ ਕੀ ਦੇ ਸਕਦਾ ਹੈ। ਮੈਂ ਤੇ ਉਹਦੇ ਕੋਲ ਜਾ ਕੇ ਬੈਠਾਂਗਾ, ਮੈਨੂੰ ਪਤਾ ਜਿਹੜਾ ਲੋਕ ਪਰਲੋਕ ਸਵਾਰ ਸਕਦਾ ਹੈ। ਉਹਨੇ ਕੀ ਕੀਤਾ, ਪੰਡ ਚੁੱਕੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਗਿਆ। ਗੱਲ ਕੀ ਸੀ, ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ ਤੇ ਇੱਕ ਪਾਸੇ ਘਾਹ ਦੀ ਪੰਡ ਹੈ ਜਿਹਨੂੰ ਵੱਢਦਿਆਂ 15 ਮਿੰਟ ਨਹੀਂ ਲੱਗਦੇ, ਬੰਦਾ ਜਾ ਕੇ ਦੁਬਾਰਾ ਨਵੀਂ ਵੀ ਵੱਢ ਸਕਦਾ ਸੀ, ਘਾਹ ਕਿਤੇ ਮੁੱਕ ਗਿਆ ਸੀ। ਇੱਕ ਜਿਹੜੀ ਪਾਤਸ਼ਾਹੀ ਹੈ ਨਾ ਹਿੰਦੁਸਤਾਨ ਦੀ, ਉਹ ਘਾਹ ਦੀ ਪੰਡ ਦੇ ਬਰਾਬਰ ਜਾਣੀ ਹੈ ਗੁਰੂ ਨਾਨਕ ਦੇ ਸਿੱਖ ਨੇ। ਵੀ ਘਾਹ ਦੀ ਪੰਡ ਇੰਪੋਰਟੈਂਟ ਹੈ ਹਿੰਦੁਸਤਾਨ ਦੇ ਬਾਦਸ਼ਾਹ ਦੀ ਬਾਦਸ਼ਾਹੀ ਨਾਲੋਂ। ਸਿੱਖ ਰਾਜਨੀਤੀ ਵੀ ਕਰੇ, ਸਿੱਖ ਸਾਰੀਆਂ ਗੱਲਾਂ ਦੇ ਵਿੱਚ ਅੱਗੇ ਹੋਵੇ, ਪਰ ਸਿੱਖ ਲਈ ਬਾਦਸ਼ਾਹੀ ਜਿਹੜੀ ਹੈ ਨਾ, ਉਹ ਪੈਰ ਦੀ ਜੁੱਤੀ ਤੋਂ ਉੱਤੇ ਕੁਝ ਨਹੀਂ ਹੋਣੀ ਚਾਹੀਦੀ। ਇਹ ਕੁਝ ਵੀ ਨਹੀਂ ਹੈ। ਪਾਤਸ਼ਾਹਾਂ ਪਾਤਸ਼ਾਹ ਸੇ, ਉਹ ਸਿੱਖ ਤੇ ਪਹਿਲਾਂ ਹੀ ਪਾਤਸ਼ਾਹ ਦਾ ਪਾਤਸ਼ਾਹ ਹੈ। ਪਾਤਸ਼ਾਹ ਨੂੰ ਕੀ ਵਡਿਆਈ ਦੇ ਸਕਦਾ ਵੀ ਆ ਮੈਂ ਤੈਨੂੰ ਕੁਝ ਦੇਵਾਂ, ਉਹ ਤੇ ਪਹਿਲਾਂ ਹੀ ਬਾਦਸ਼ਾਹ ਤੋਂ ਉੱਤੇ ਵਿਚਰਦਾ ਪਿਆ ਹੈ। ਪਾਤਸ਼ਾਹੀ ਭਗਤ ਦਿਨਾਂ ਕੋ ਦਿੱਤੀਆਂ ਨੇ, ਸਿਰ ਛੱਤ ਸੱਚਾ ਹਰ ਬਣਾਏ। ਮਹਾਰਾਜ ਉਹਨਾਂ ਦੇ ਸਿਰ ਦੇ ਉੱਤੇ ਆਪ ਛਤਰ ਫੇਰਦਾ ਹੈ। ਉਹਨਾਂ ਨੂੰ ਕੀ ਲੋੜ ਹੈ ਜਾ ਕੇ ਬਾਦਸ਼ਾਹ ਦੇ ਤਰਲੇ ਮਾਰਨ ਦੀ। ਇਹ ਤੇ ਆਮ ਲੋਕ ਹੁੰਦੇ ਨੇ ਜਾ ਕੇ ਤਰਲੇ ਮਾਰ ਲੈਂਦੇ ਨੇ ਵੀ ਸਾਡੀ ਫੋਟੋ ਤੁਹਾਡੇ ਨਾਲ ਆ ਗਈ ਤੇ ਬਸ ਸਾਡਾ ਜੀਵਨ ਸਫਲ ਹੋ ਗਿਆ। ਕਿੱਥੇ ਦੌੜਦੀ ਪਈ ਹੈ ਦੁਨੀਆ? ਨਹੀਂ, ਪਾਤਸ਼ਾਹਾਂ ਪਾਤਸ਼ਾਹ ਸੇ ਗੁਰਮੁਖ ਵਰਤੈ ਗੁਰ ਪ੍ਰਸਾਦੇ। ਜਿਹੜੇ ਗੁਰੂ ਦੇ ਪ੍ਰਸਾਦ ਦੇ ਨਾਲ ਵਰਤਦੇ ਨੇ, ਪਾਤਸ਼ਾਹ ਦੇ ਪਾਤਸ਼ਾਹ ਨੇ, ਕਿਸੇ ਦੇ ਪਿੱਛੇ ਨਹੀਂ ਦੌੜਦੇ। ਪਾਤਸ਼ਾਹ ਤੋਂ ਕਿਤੇ ਉੱਤੇ ਤੁਰੇ ਫਿਰਦੇ ਨੇ। ਸਦਾ ਸੁਹੇਲੇ ਆਦ ਜੁਗਾਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਦਾ ਸੁੱਖ ਵਾਲੇ ਨੇ, ਹਰ ਵੇਲੇ ਖੁਸ਼ ਰਹਿਣ ਵਾਲੇ ਨੇ। ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਨੇ। ਕਿਸੇ ਬੰਦੇ ਦੇ ਪੁਜਾਰੀ ਨਹੀਂ ਵੀ ਬੰਦਾ ਆਇਆ ਤੇ ਦੁਨੀਆ ਪਿੱਛੇ ਕਮਲੀ ਹੋ ਜੇ ਵੀ ਉਹ ਬੰਦਾ ਆਇਆ ਜੀ ਮੈਂ ਆਹ ਕਰ ਲਾਂ ਆਹ ਕਰ ਲਾਂ, ਨਾ ਕੋਈ ਲੋੜ ਨਹੀਂ ਹੈਗੀ। ਇਗਨੋਰ ਕਰਨਾ ਸਿੱਖੋ, ਮਾਫ ਕਰਨਾ ਇਹ ਥੋੜ੍ਹਾ ਜਿਹਾ ਬੁਰਾ ਲੱਗੇਗਾ। ਸੰਗਤ ਦੇ ਵਿੱਚ ਇਗਨੋਰ ਕਰਨ ਦੀ ਤਾਕਤ ਰੱਖੋ। ਕੋਈ ਰਿਸ਼ਤੇਦਾਰ ਆਇਆ ਹੈ ਉਹਨੂੰ ਵੀ ਇਗਨੋਰ ਕਰੋ। ਇਗਨੋਰ ਕਰਨ ਦਾ ਮਤਲਬ ਇਹ ਨਹੀਂ ਮੈਨੂੰ ਬੁਲਾਓ ਹੀ ਨਾ। ਇਗਨੋਰ ਕਰਨ ਦਾ ਮਤਲਬ ਹੈ ਵੀ ਭਾਈ ਤੂੰ ਗੁਰੂ ਲਈ ਆਇਆ ਹੈ, ਚੁੱਪ ਕਰਕੇ ਗੁਰਦੁਆਰੇ ਬੈਠ, ਜੇ ਗੱਲ ਕਰਨੀ ਹੈ ਤੇਰੇ ਨਾਲ ਮੈਂ ਬਾਹਰ ਜਾ ਕੇ ਗੱਲ ਕਰ ਲਵਾਂਗਾ। ਇੱਥੇ ਰਿਸ਼ਤੇਦਾਰੀਆਂ ਦੀ ਗੱਲ ਨਾ ਕਰੋ। ਔਰ ਸਿਰਫ ਰਿਸ਼ਤੇਦਾਰੀਆਂ ਹੀ ਨਹੀਂ, ਕੋਈ ਵੀ ਆਇਆ ਹੈ, ਲੀਡਰ ਵੀ ਆਇਆ ਹੈ, ਕੋਈ ਜਿੱਡਾ ਮਰਜ਼ੀ ਵੱਡਾ ਆਇਆ, ਚੱਲਦੇ ਦੀਵਾਨ ਦੇ ਵਿੱਚ ਜਿਹੜਾ ਗੱਲ ਕਰਦਾ ਪਿਆ ਹੈ ਉਹ ਧਾਰਮਿਕ ਪਾਪ ਕਰਦਾ ਪਿਆ ਹੈ, ਭਾਵੇਂ ਉਹ ਲੀਡਰ ਹੀ ਹੋਵੇ, ਭਾਵੇਂ ਪ੍ਰਚਾਰਕ ਹੀ ਹੋਵੇ। ਕਿਉਂਕਿ ਦੋ ਹੀ ਜ਼ਿਆਦਾ ਸਭ ਤੋਂ ਜ਼ਿਆਦਾ ਰੌਲੇ ਪਾਉਂਦੇ ਨੇ। ਅਸੀਂ ਸੰਗਤ ਨੂੰ ਕਹਿ ਦਿੰਦੇ ਨੇ ਵੀ ਸੰਗਤ ਨਹੀਂ ਚੁੱਪ ਕਰਦੀ, ਸੰਗਤ ਚੁੱਪ ਕਰ ਜਾਂਦੀ ਹੈ। ਇੱਕ ਪ੍ਰਚਾਰਕ ਨਹੀਂ ਚੁੱਪ ਕਰਦੇ ਦੀਵਾਨ ਦੇ ਵਿੱਚ, ਤੇ ਇੱਕ ਪ੍ਰਬੰਧਕ ਨਹੀਂ ਚੁੱਪ ਕਰਦੇ। ਇਹ ਦੋ ਨਹੀਂ ਚੁੱਪ ਕਰਦੇ, ਬਾਕੀ ਸਾਰੇ ਚੁੱਪ ਕਰ ਜਾਂਦੇ। ਸੰਗਤ ਤੇ ਵਿਚਾਰੀ ਉਸੇ ਵੇਲੇ ਚੁੱਪ ਕਰ ਜਾਂਦੀ ਹੈ। ਤੁਸੀਂ ਕਿਤੇ ਵੇਖ ਲਿਓ ਵੱਡਾ ਦੀਵਾਨ ਰਿਕਾਰਡਿੰਗ ਚੱਲਦੀ ਪਈ ਆ, ਪ੍ਰਚਾਰਕ ਪਿੱਛੇ ਗੱਲਾਂ ਕਰਦੇ ਪਏ ਨੇ, ਅੱਗੇ ਕਥਾ ਕਰਦਾ ਪਿਆ, ਕੀਰਤਨ ਕਰਦਾ ਪਿਆ। ਕਿਉਂ ਕਰਦੇ ਪਏ ਨੇ? ਕਿਉਂਕਿ ਇਹਨਾਂ ਦੇ ਡਰ ਥੋੜ੍ਹੇ ਜਿਹੇ ਘੱਟ ਨੇ।
ਨਹੀਂ, ਸਦਾ ਸੁਹੇਲੇ ਆਦ ਜੁਗਾਦੇ। ਇਗਨੋਰ ਕਰਨ ਦੀ ਤਾਕਤ ਰੱਖੋ। ਜੋ ਆਇਆ ਹੈ ਆ ਕੇ ਚਲਾ ਜਾਵੇ, ਵੱਡਾ ਹੋਵੇ ਛੋਟਾ ਹੋਵੇ, ਸਾਨੂੰ ਮਤਲਬ ਨਹੀਂ। ਚੁੱਪ ਕਰਕੇ ਸੰਗਤ ਦੇ ਵਿੱਚ ਬੈਠੇ ਹਾਂ, ਆਪਣੇ ਆਨੰਦ ਦੇ ਵਿੱਚ ਬੈਠੇ ਹਾਂ, ਗੁਰੂ ਲਈ ਬੈਠੇ ਹਾਂ। ਜਿੰਨਾ ਚਿਰ ਬੈਠਣਾ ਹੈ ਮੌਜ ਹੈ, ਬਾਹਰ ਜਾ ਕੇ ਗੱਲਾਂ ਕਰ ਲਵਾਂਗੇ ਸਾਰੀਆਂ। ਪਰ ਇਹ ਆਉਂਦਾ ਕਿੱਦਾਂ ਹੈ? ਇਹ ਇੱਕੋ ਦਿਨ 'ਚ ਅਸਲ 'ਚ ਜ਼ਿੰਦਗੀ 'ਚ ਆ ਜਾਂਦਾ ਹੈ। ਇਹ ਸਾਡਾ ਇੱਦਾਂ ਸਮਝ ਲਓ, ਇੱਥੇ ਇਹ ਨਹੀਂ ਵੀ ਮੈਂ ਕਰਵਾ ਰਿਹਾ ਹਾਂ, ਕਰਵਾ ਤੇ ਮਹਾਰਾਜ ਰਿਹਾ ਹੈ। 2-4 ਮਿੰਟ ਆਪ ਜੀ ਤੇ ਲਵਾਂਗਾ ਅਗਲੀ ਪੌੜੀ, ਕਿਉਂਕਿ ਰਿਲੇਟਡ ਹੈ ਇਹਦੇ ਨਾਲ। ਕਰਾਉਣ ਵਾਲਾ ਮਹਾਰਾਜ ਹੈ। ਇਹ ਸਾਡਾ ਹੋਮਵਰਕ ਵੀ ਹੈ ਅਤੇ ਸਾਡਾ ਕਲਾਸ ਵਰਕ ਵੀ ਇੱਥੇ ਹੀ ਹੋ ਰਿਹਾ ਹੈ। ਜਿੱਦਾਂ ਹੁਣ ਇਹ ਕੋਈ ਤੁਹਾਨੂੰ ਘਰ ਥੋੜ੍ਹਾ ਕੰਮ ਦੇਣਾ ਵੀ ਇਹਨੂੰ ਘਰ ਜਾ ਕੇ ਇੰਪਲੀਮੈਂਟ ਕਰੋ। ਇਹ ਗੁਰਦੁਆਰੇ ਵਿੱਚ ਹੀ ਤਾਂ ਇੰਪਲੀਮੈਂਟ ਕਰਨਾ ਹੈ ਅਸੀਂ। ਇਸ ਕਰਕੇ ਆਹ ਹੁਣ ਜਿਹੜਾ ਇੱਕ ਥਿਊਰੀ ਦੇ ਵਿੱਚ ਸਮਝ ਲਓ ਵੀ ਕਲਾਸ ਵਰਕ ਚੱਲਦਾ ਪਿਆ, ਹੁਣੇ ਕੋਈ ਆ ਜਾਵੇ ਅਤੇ ਉਹ ਕੀ ਹੈ, ਉਹਦੇ ਲਈ ਉਹੀ ਅਸੀਂ ਉਸੇ ਵੇਲੇ ਲਾਗੂ ਕਰ ਲਿਆ। ਸਾਡਾ ਨਾਲ ਹੀ ਇਹ ਸਾਰਾ ਕੁਝ ਹੋ ਗਿਆ, ਅਨੁਭਵ ਦੇ ਵਿੱਚ ਆ ਗਿਆ। ਇਹੋ ਹੀ ਸਾਡਾ ਹੋਮਵਰਕ ਹੈ ਵੀ ਕਥਾ ਹੋ ਕੇ ਖਤਮ ਹੋ ਗਈ ਹੈ। ਬਾਅਦ ਦੇ ਵਿੱਚ ਅਸੀਂ ਕਦੀ ਕੀਤਾ ਇਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਵੀ ਕੋਈ ਆਇਆ ਤਾਂ ਕੋਈ ਨਹੀਂ ਹੈ, ਸਾਨੂੰ ਕੀ ਲੱਗੇ ਆ ਗਿਆ ਤੇ ਆ ਗਿਆ, ਬੈਠਾ ਰਹੇ ਚੁੱਪ ਕਰਕੇ। ਕੋਈ ਏਡੀ ਵੱਡੀ ਹਸਤੀ ਕਿਉਂ ਹੋ ਜਾਵੇ, ਸਿੱਖ ਆਪਣੇ ਆਪ ਨੂੰ ਪਾਤਸ਼ਾਹ ਸਮਝੇ, ਗੁਰੂ ਨਾਨਕ ਦਾ ਪੁੱਤਰ ਸਮਝੇ, ਰਿਸਪੈਕਟ ਸਾਰਿਆਂ ਦੀ ਕਰੇ, ਪਰ ਇਹ ਨਹੀਂ ਵੀ ਕਿਸੇ ਦੇ ਪਿੱਛੇ ਦੌੜਦਾ ਫਿਰੇ ਵੀ ਉਹ ਇਹਦੇ ਤੋਂ ਬਿਨਾਂ ਤਾਂ ਗੁਰਦੁਆਰਾ ਨਹੀਂ ਸੀ ਚੱਲਣਾ। ਆਪੇ ਆਪ ਉਹਨੂੰ ਪਤਾ ਲੱਗ ਜਾਵੇਗਾ, ਨੀਵੇਂ ਰੱਖਣ ਦੀ ਆਦਤ ਪਾਈਏ। ਅਗਲਾ ਪਾਸਾ, ਇਹ ਜ਼ਿੰਦਗੀ 'ਚ ਗੱਲਾਂ ਆਉਂਦੀਆਂ ਕਿੱਦਾਂ ਨੇ? ਤਾਰੇ ਲੱਖ ਹਨੇਰ ਵਿੱਚ ਚੜ੍ਹਿਆ ਸੁੱਝ ਨਾ ਸੁੱਝੈ ਕੋਈ। ਰਾਤ ਨੂੰ ਹਨੇਰਾ ਜਦੋਂ ਹੁੰਦਾ ਤੇ ਲੱਖਾਂ ਹੀ ਤਾਰੇ ਨਜ਼ਰ ਆਉਂਦੇ ਨੇ, ਪਰ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਇੱਕ ਵੀ ਨਜ਼ਰ ਨਹੀਂ ਆਉਂਦਾ। ਹੁੰਦੇ ਤੇ ਹੈ ਨੇ ਨਾ, ਪਰ ਨਜ਼ਰ ਨਹੀਂ ਆਉਂਦੇ। ਸ਼ੀਂ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਆਏ ਖੜੋਈ। ਸ਼ੇਰ ਇੱਕ ਦਹਾੜ ਮਾਰਦਾ ਤੇ ਜਿੰਨੇ ਹਿਰਨ ਹੁੰਦੇ ਨੇ, ਮਿਰਗਾਵਲੀ, ਮਿਰਗਾਂ ਦੀ ਜਿਹੜੀ ਡਾਰ ਹੁੰਦੀ ਹੈ, ਬਸ ਉਹਨਾਂ ਨੂੰ ਰਾਹ ਵੀ ਨਹੀਂ ਲੱਭਦਾ। ਭੰਨੀ ਜਾਏ, ਭੱਜੀ ਜਾਂਦੀ ਹੈ, ਨਾ ਆਏ ਖੜੋਈ। ਉਹਦੇ ਕਿਤੇ ਸਾਹਮਣੇ ਆ ਕੇ ਥੋੜ੍ਹਾ ਅੜ ਜਾਂਦੇ ਨੇ। ਬਿਸੀਅਰ ਗਰੜਾ ਡਿੱਠਿਆ ਖੁੱਡੀ ਵੜਦੇ ਲੱਖ ਪਲੋਈ। ਗਰੁੜ ਜਿਹੜਾ ਹੁੰਦਾ ਹੈ ਨਾ, ਉਹਦਾ ਮੰਤਰ ਬੜੇ ਕਮਾਲ ਦਾ ਹੁੰਦਾ ਹੈ। ਵੈਸੇ ਇਹ ਸੱਪਾਂ ਦਾ ਵੈਰੀ ਮੰਨਿਆ ਜਾਂਦਾ ਹੈ। ਗੁਰਮਤ ਨੇ ਇਹਨੂੰ ਇੱਕ ਸਿੰਬੋਲਿਕ ਤੌਰ ਦੇ ਉੱਤੇ ਵਰਤਿਆ ਹੈ। ਸੱਪ ਇਹਦੇ ਤੋਂ ਡਰਦਾ ਹੈ, ਇਹਦੇ ਅਧੀਨ ਹੈ ਸੱਪ। ਬਿਸੀਅਰ ਗਰੜਾ ਡਿੱਠਿਆ, ਗਰੜ ਨੂੰ ਵੇਖਦਿਆਂ ਹੀ ਜਿਹੜਾ ਸੱਪ ਹੈ, ਖੁੱਡੀ ਵੜਦੇ ਲੱਖ ਪਲੋਈ। ਬਸ ਕਹਿੰਦੇ ਖੁੱਡਾਂ ਦੇ ਵਿੱਚ ਵੜ ਜਾਂਦੇ ਨੇ, ਕਿਉਂਕਿ ਗਰੁੜ ਦੇ ਕੋਲ ਤਾਕਤ ਹੈ, ਸੱਪਾਂ ਦਾ ਵੈਰੀ ਹੈ ਉਹ। ਪੰਖੇਰੂ ਸ਼ਾਹਬਾਜ਼ ਦੇਖ ਢੁੱਕ ਨਾ ਹੰਗਣ ਮਿਲੇ ਨਾ ਢੋਈ। ਜਿਹੜੇ ਉੱਤੇ ਅਸਮਾਨ ਦੇ ਵਿੱਚ ਉੱਡਦੇ ਬਾਜ ਵਰਗੇ ਪੰਛੀ ਹੁੰਦੇ ਨੇ ਨਾ, ਮੰਨ ਲਓ ਇੱਲ ਹੋਈ ਜਾਂ ਚੀਲ ਹੋਏ, ਇਹੋ ਜਿਹੇ ਜਿਹੜੇ ਪੰਛੀ ਹੁੰਦੇ ਨੇ, ਇਹਨਾਂ ਨੂੰ ਹਵਾ ਦੇ ਵਿੱਚ ਉੱਡਣ ਵਾਲੇ ਜਿਹੜੇ ਪੰਛੀ ਹੁੰਦੇ ਨੇ, ਜਦੋਂ ਵੇਖ ਲੈਂਦੇ ਨੇ ਨਾ ਤੇ ਬਸ ਫਿਰ ਆਪਣੇ ਆਪ ਨੂੰ ਲੁਕਾ ਲੈਂਦੇ ਨੇ। ਕਿਉਂਕਿ ਇਹ ਹਵਾ ਦੇ ਵਿੱਚ ਉੱਡਦਿਆਂ ਹੋਇਆਂ ਵੀ ਸ਼ਿਕਾਰ ਕਰ ਲੈਂਦੇ ਨੇ, ਔਰ ਏਡੀ ਤੇਜ਼ੀ ਨਾਲ ਸ਼ਿਕਾਰ ਕਰਦੇ ਨੇ ਕਿ ਪਤਾ ਵੀ ਨਹੀਂ ਲੱਗਣ ਦਿੰਦੇ। ਫਿਰ ਪੰਖੇਰੂ ਸ਼ਾਹਬਾਜ਼ ਦੇਖ, ਜਿਹੜੇ ਪੰਛੀ ਨੇ ਨਾ, ਉਹ ਬਾਜ਼ ਨੂੰ ਵੇਖ ਕੇ ਟੁੱਕ ਨਾ ਹੰਗਣ ਮਿਲੇ ਨਾ ਢੋਈ। ਉਹ ਵਿਚਾਰੇ ਲੱਭਦੇ ਵੀ ਨਹੀਂ ਨੇ। ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਕਿਤੇ ਇਹ ਆ ਗਿਆ ਤੇ ਇਹਨੇ ਫੜਿਆ ਨਹੀਂ ਜਾਣਾ, ਇਹਨੇ ਸਾਡੇ ਉੱਤੇ ਹਮਲਾ ਕਰ ਦੇਣਾ ਹੈ। ਮਿਲਿਆ ਨਾ ਢੋਈ, ਉਹਨਾਂ ਨੂੰ ਕਿਤੇ ਦੌੜਦਿਆਂ ਨੂੰ ਰਾਹ ਨਹੀਂ ਲੱਭਦਾ। ਚਾਰ ਵਿਚਾਰ ਸੰਸਾਰ ਵਿੱਚ ਸਾਧ ਸੰਗਤ ਮਿਲ ਦੁਰਮਤ ਖੋਈ। ਕਹਿੰਦੇ ਸਭ ਤੋਂ ਸੋਹਣਾ, ਚਾਰ ਦਾ ਮਤਲਬ ਹੁੰਦਾ ਹੈ ਸੋਹਣਾ ਵਿਚਾਰ ਸੰਸਾਰ ਵਿੱਚ। ਸੋਹਣਾ ਵਿਚਾਰ ਕੀ ਹੈ ਸੰਸਾਰ ਦੇ ਵਿੱਚ? ਉਹ ਹੈ ਸਾਧ ਸੰਗਤ ਮਿਲ ਦੁਰਮਤ ਖੋਈ। ਉਹ ਇਹ ਹੈ ਸੰਗਤ ਦੇ ਵਿੱਚ ਮਿਲ ਕੇ ਤੇ ਮਾੜੀ ਮੱਤ ਦੂਰ ਹੋ ਜਾਣੀ। ਜਿੱਦਾਂ ਸੂਰਜ ਦੇ ਚੜ੍ਹਿਆਂ ਤਾਰੇ ਉੱਡ ਗਏ, ਜਿੱਦਾਂ ਸ਼ੇਰ ਦੇ ਬੁੱਕਿਆਂ ਹਿਰਨ ਉੱਡ ਗਏ, ਜਿੱਦਾਂ ਸੱਪ ਜਿਹੜੇ ਨੇ ਉਹ ਖੁੱਡਾਂ ਦੇ ਵਿੱਚ ਵੜ ਗਏ ਗਰੜ ਨੂੰ ਵੇਖਦਿਆਂ, ਜਿੱਦਾਂ ਬਾਜ ਨੂੰ ਵੇਖ ਕੇ ਪੰਛੀ ਲੁਕਦੇ ਫਿਰਦੇ ਨੇ ਨਾ, ਇੱਦਾਂ ਗੁਰਮਤ ਦੇ ਪ੍ਰਕਾਸ਼ ਦੇ ਵਿੱਚ ਜਿਹੜੇ ਸਾਡੇ ਔਗਣ ਨੇ, ਆ ਕਰਮ ਕਾਂਡਾਂ ਵਾਲੇ ਜਿਹੜੇ ਛੋਟੇ ਮੋਟੇ ਪਖੰਡੀ ਹੁੰਦੇ ਨੇ, ਇਹ ਇੱਦਾਂ ਲੁਕਦੇ ਫਿਰਦੇ ਨੇ। ਪਰ ਕੰਮ ਕੀ ਹੈ? ਸੰਗਤ ਦੇ ਵਿੱਚ ਆ ਕੇ ਸਿੱਖੀਏ ਤੇ ਸਹੀ। ਸੰਗਤ ਸਾਡੇ ਪੱਲੇ ਹੋਵੇਗੀ, ਆਪਾਂ ਆਪੇ ਨਹੀਂ ਇਹਨਾਂ ਦੇ ਪਿੱਛੇ ਲੱਗਾਂਗੇ। ਚਾਰ ਵਿਚਾਰ ਵਿੱਚ ਸੰਸਾਰ ਵਿੱਚ ਸਾਧ ਸੰਗਤ ਮਿਲ ਦੁਰਮਤ ਖੋਈ। ਸਤਿਗੁਰ ਸੱਚਾ ਪਾਤਸ਼ਾਹ ਦੁਬਿਧਾ ਮਾਰ ਮਵਾਸਾ ਗੋਈ। ਸੰਗਤ ਦੇ ਵਿੱਚ ਟ੍ਰੀਟਮੈਂਟ ਹੀ ਇੱਦਾਂ ਦਾ ਹੁੰਦਾ ਹੈ। ਇਹ ਸੰਗਤ ਦਾ ਇਹ ਸਿਰਫ ਜਿੱਥੇ ਅਸੀਂ ਸੁਣ ਲੈਂਦੇ ਹਾਂ ਨਾ, ਸੁਣਨਾ ਇੱਕ ਠੀਕ ਹੈ ਸਟੈਪ ਹੈ, ਪਰ ਇਹਨੂੰ ਲਾਗੂ ਕਰਨਾ ਸਟੈਪ ਹੈ। ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ, ਸਤਿਗੁਰ ਸੱਚਾ ਪਾਤਸ਼ਾਹ, ਇੱਥੇ ਇੱਦਾਂ ਬੈਠਣਾ ਹੁੰਦਾ ਹੈ ਵੀ ਕੋਈ ਬੰਦਾ ਵੱਡਾ ਨਹੀਂ, ਸਾਡਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਵੱਡਾ ਹੈ। ਇਹੀ ਚਵਰ ਛਤਰ ਤਖਤ ਦਾ ਮਾਲਕ ਹੈ, ਕੋਈ ਬੰਦਾ ਨਹੀਂ, ਭਾਵੇਂ ਕਿੰਨਾ ਵੀ ਨੇੜੇ ਹੋਵੇ ਤੇ ਕਿੰਨਾ ਵੀ ਉੱਚਾ ਹੋਵੇ। ਇੱਥੇ ਪ੍ਰੈਫਰੈਂਸ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਔਰ ਇਹਨੂੰ ਲਾਗੂ ਕਰਨਾ ਹੈ ਜ਼ਿੰਦਗੀ ਦੇ ਵਿੱਚ। ਸਤਿਗੁਰ ਸੱਚਾ ਪਾਤਸ਼ਾਹ ਕਰਦਾ ਕੀ ਹੈ? ਦੁਬਿਧਾ ਮਾਰ, ਮਨ ਦੀ ਡੁਐਲਿਟੀ ਖਤਮ ਕਰ ਦਿੰਦਾ ਹੈ। ਦੁਬਿਧਾ ਆ ਗਈ ਨਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂ ਕਿ ਇਸ ਬੰਦੇ ਦੀ ਗੱਲ ਸੁਣਾ ਪਹਿਲਾਂ, ਨਹੀਂ,
ਇਹੋ ਜਿਹੀ ਦੁਬਿਧਾ ਹੀ ਖਤਮ ਕਰ ਦਿੰਦਾ ਹੈ। ਮਾਰ ਮਵਾਸਾ ਗੋਈ, ਮਵਾਸਨ ਦਾ ਮਤਲਬ ਹੁੰਦਾ ਹੈ ਆਕੀ, ਬਾਗੀ ਜਿਹੜੇ ਹੁੰਦੇ ਨੇ, ਜਿਹੜੇ ਕਾਮ ਕ੍ਰੋਧ ਵਰਗੇ ਵਿਕਾਰ ਹੁੰਦੇ ਨੇ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਤਿਗੁਰੂ ਇੰਨੀ ਕਿਰਪਾ ਕਰਦਾ, ਇਹ ਜਿਹੜੇ ਵਿਕਾਰ ਆਕੀ ਹੋਏ ਫਿਰਦੇ ਨੇ, ਸਾਡੇ ਤੋਂ ਬਾਗੀ ਹੋਏ ਫਿਰਦੇ ਨੇ, ਵਸ ਦੇ ਵਿੱਚ ਨਹੀਂ ਨਾ ਆਉਂਦੇ, ਇਹਨਾਂ ਨੂੰ ਮਹਾਰਾਜ ਧੋ ਕੇ ਰੱਖ ਦਿੰਦਾ ਹੈ, ਖਤਮ ਕਰਕੇ ਰੱਖ ਦਿੰਦਾ ਹੈ। ਦੁਬਿਧਾ ਮਾਰ ਮਵਾਸਾ ਗੋਈ, ਗੁਰਮੁਖ ਜਾਤਾ ਜਾਣ ਜਣੋਈ। ਪਰ ਜਿਹੜੇ ਗੁਰਮੁਖ ਇਸ ਗੱਲ ਨੂੰ ਜਾਣ ਲੈਂਦੇ ਨੇ ਨਾ ਵੀ ਸੰਗਤ ਦੇ ਵਿੱਚ ਆਹ ਕਿਰਪਾ ਵਾਪਰਦੀ ਹੈ, ਉਹ ਆਪ ਵੀ ਸੰਗਤ ਦੇ ਵਿੱਚ ਇਸ ਗੱਲ ਨੂੰ ਜਾਣਦੇ ਨੇ, ਆਪ ਜਾਣ ਕੇ ਤੇ ਹੋਰਨਾਂ ਨੂੰ ਜਣਾ ਦਿੰਦੇ ਨੇ, ਹੋਰਨਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਨੇ। ਗੁਰਮਤਿ ਸਿੱਖਦਿਆਂ ਜਦੋਂ ਜ਼ਿੰਦਗੀ 'ਚ ਬਦਲਾਅ ਆਉਂਦਾ ਹੈ, ਲੰਮਾ ਸਮਾਂ ਨਹੀਂ ਲੱਗਦਾ। ਸਿਰਫ ਇੱਦਾਂ ਕਹਿ ਲਓ ਵੀ ਇੱਕ ਦਿਨ ਦੀ ਖੇਡ ਹੁੰਦੀ ਹੈ, ਪਤਾ ਨਹੀਂ ਜ਼ਿੰਦਗੀ ਇੱਕ ਦਿਨ ਕਿੱਦਣ। ਗੱਲ ਤੇ ਟਰਨ ਲੈਣ ਦੀ ਹੈ ਨਾ, ਟਰਨ ਲੈਂਦਿਆਂ ਜ਼ਿਆਦਾ ਟਾਈਮ ਨਹੀਂ ਲੱਗਦਾ। ਟਰਨ ਕਿੰਨੇ ਚਿਰ 'ਚ ਲਿਆ ਜਾਵੇਗਾ? 4 ਸੈਕਿੰਡ ਦੇ ਵਿੱਚ ਟਰਨ ਲੈ ਲਿਆ ਜਾਂਦਾ। ਗੱਡੀ ਮੁੜਨੀ ਹੋਵੇ ਤੇ 4 ਸੈਕਿੰਡ ਦੇ ਵਿੱਚ ਗੱਡੀ ਮੁੜ ਜਾਂਦੀ ਹੈ। ਗੱਲ ਤੇ ਜਾਣਦੀ ਹੈ ਵੀ ਤੁਸੀਂ ਜਦੋਂ ਦੂਰ ਜਾਣਾ ਹੈ ਫਿਰ ਕਿੰਨਾ ਜਾਣਾ ਹੈ। ਜੇ ਗਲਤ ਰਸਤੇ ਤੇ 100 ਕਿਲੋਮੀਟਰ ਚਲੇ ਗਏ ਤਾਂ ਵੀ ਦਿੱਕਤ ਹੈ, ਜੇ ਸਹੀ ਰਸਤੇ ਤੇ 100 ਕਿਲੋਮੀਟਰ ਚਲੇ ਗਏ ਤੇ ਫਿਰ ਤੇ ਪਤਾ ਲੱਗੇ ਵੀ ਸਫ਼ਰ ਕੀਤਾ। ਟਰਨ ਲੈਣਾ ਕਿੰਨੇ ਕੁ ਸਮੇਂ ਦੀ ਖੇਡ ਹੈ, ਟਰਨ ਤੇ 4 ਸੈਕਿੰਡ ਦੇ ਵਿੱਚ ਲੈ ਲਿਆ ਜਾਂਦਾ। ਗੱਡੀ ਮੁੜਨਾ ਕਿੰਨਾ ਕੁੱਖ ਹੈ। ਇੱਦਾਂ ਜ਼ਿੰਦਗੀ ਦਾ ਹੈ, ਕਿੱਦਣ ਤੁਸੀਂ ਟਰਨ ਲੈ ਲਿਆ ਤੇ ਬਸ ਤੁਰ ਪਏ, ਫਿਰ ਤੁਰਨਾ ਸਫਲ ਹੈ। ਜੇ ਟਰਨ ਲਿਆ ਹੀ ਨਹੀਂ, ਗਲਤ ਪਾਸੇ ਚਲੇ ਗਏ, ਉਹ ਜ਼ਿਆਦਾ ਦੁੱਖ ਹੋਵੇਗਾ। ਇਸ ਕਰਕੇ ਗੁਰਮੁਖ ਜਾਤਾ ਜਾਣ ਜਣੋਈ, ਇਸ ਨੂੰ ਜ਼ਿੰਦਗੀ 'ਚ ਲੈ ਕੇ ਆਉਣਾ ਵੀ ਪਾਤਸ਼ਾਹ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨੇ ਸਿੱਖਾਂ ਨੂੰ ਬਾਦਸ਼ਾਹੀਆਂ ਬਖਸ਼ਣੀਆਂ ਨੇ, ਤੇ ਜਿਹਦੇ ਸਿੱਖ ਪੁੱਤਰ ਨੇ, ਜਿਨ੍ਹੇ ਸਿੱਖਾਂ ਨੂੰ ਬਾਦਸ਼ਾਹੀਆਂ ਬਖਸ਼ੀਆਂ ਨੇ, ਉਹਨਾਂ ਨੂੰ ਦੁਨਿਆਵੀ ਪਾਤਸ਼ਾਹਾਂ ਦਾ ਕਾਹਦਾ ਡਰ ਹੈ? ਉਹਨਾਂ ਨੂੰ ਦੁਨਿਆਵੀ ਜਿਹੜੇ ਤੁਰੇ ਫਿਰਦੇ ਨੇ ਲੋਕ, ਇਹਨਾਂ ਦਾ ਕਾਹਦਾ ਡਰ ਹੈ? ਇੱਥੇ ਸਾਰੇ ਆ ਕੇ ਬਰਾਬਰ ਬੈਠਣ। ਔਰ ਇਹ ਹੁੰਦਾ ਸੀ ਗੁਰੂ ਨਾਨਕ ਦੇ ਘਰ ਦੇ ਵਿੱਚ। ਉਹ ਸਮਾਂ ਸੀ ਜਿਸ ਵੇਲੇ ਅਕਬਰ ਬਾਦਸ਼ਾਹ ਬਾਕੀ ਸੰਗਤ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕਦਾ। ਇਹ ਹੋਣਾ ਚਾਹੀਦਾ ਗੁਰੂ ਨਾਨਕ ਦੇ ਘਰ ਦੇ ਵਿੱਚ। ਇਹ ਥੋੜ੍ਹਾ ਵੀ ਕੋਈ ਆਇਆ ਦੀ ਸੰਗਤ ਨੂੰ ਮੱਥਾ ਟੇਕਣਾ ਰੋਕ ਦਿਓ, ਇਹ ਹੋਣਾ ਨਹੀਂ ਚਾਹੀਦਾ। ਇਹ ਸਾਰਿਆਂ ਨੂੰ ਸੋਚਣਾ ਚਾਹੀਦਾ। ਪਹਿਲਾਂ ਆਪਣੀ ਮੈਂਟੈਲਿਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਉਣਾ ਵੀ ਜੋ ਮਰਜ਼ੀ ਆ ਜਾਵੇ, ਸਾਨੂੰ ਕੀ ਮਤਲਬ ਹੈ, ਆਇਆ ਤੇ ਆਇਆ ਰਵੇ, ਆਪਾਂ ਗੁਰਦੁਆਰੇ ਗੁਰੂ ਘਰ ਲਈ ਬੈਠੇ ਹਾਂ। ਇਸ ਨੂੰ ਕਿਤੇ ਹੋਰ ਵੀ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਵੇਖਣ ਦੀ ਗੱਲ। ਇੱਕ ਸਮਾਂ ਉਹ ਹੈ, ਬਹਾਦਰ ਸ਼ਾਹ ਨੇ ਹਿੰਦੁਸਤਾਨ ਦਾ ਤਖਤ ਮੱਲਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਮਦਦ ਮੰਗਦਾ ਵੀ ਸੱਚੇ ਪਾਤਸ਼ਾਹ ਮੇਰੀ ਮਦਦ ਕਰੋ, ਮੈਨੂੰ ਹਿੰਦੁਸਤਾਨ ਦਾ ਤਖਤ ਚਾਹੀਦਾ। ਸਿੱਖ ਇੱਦਾਂ ਦੇ ਹੋਣੇ ਚਾਹੀਦੇ ਨੇ। ਇੱਥੋਂ ਲੋਕੀ ਮੰਗਣ ਆਉਣ, ਨਾ ਕਿ ਸਿੱਖ ਫੋਟੋਆਂ ਦਾ ਭੁੱਖਾ ਹੋਵੇ ਵੀ ਭੀੜ ਦੇ ਵਿੱਚ ਖਲੋ ਕੇ ਸੈਲਫੀ ਲੈ ਲਈ ਜਾਂ ਨੇਤਾ ਜੀ ਦੇ ਨਾਲ ਤੇ ਜ਼ਿੰਦਗੀ ਸਫਲ ਹੋ ਗਈ ਹੈ। ਇਹ ਕਾਹਦੀ ਜ਼ਿੰਦਗੀ ਹੋਈ? ਲਾਈ ਲੱਗ ਲੱਗਣ ਵਾਲੀ ਕਿਹੜੀ ਗੱਲ ਹੋਈ? ਇਸ ਕਰਕੇ ਇਹਨੂੰ ਬਣਾ ਕੇ ਚੱਲੋ। ਆਪਣੇ ਬੱਚਿਆਂ ਦੇ ਵਿੱਚ ਵੀ ਇਹ ਗੱਲ ਪਾਓ ਕਿ ਆਪਣੀ ਲਾਈਨ ਕ੍ਰੀਏਟ ਕਰਕੇ ਚੱਲੋ, ਲਾਈ ਲੱਗ ਬਣ ਕੇ ਨਹੀਂ ਚੱਲਣਾ। ਕੋਈ ਵੀ ਆਵੇ, ਕੁਝ ਵੀ ਹੋਵੇ, ਆਪਣੀ ਜ਼ਿੰਦਗੀ ਬਣਾ ਕੇ ਚੱਲੀਏ। ਮਹਾਰਾਜ ਬਖਸ਼ ਲਵੇ। ਕੁਝ ਕੁ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਜੀ। ਮੇਰੇ ਪਾਸੋਂ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।